ਮੈਨੂੰ ਪਤਾ ਲੱਗਾ ਹੈ ਵੀ ਜਿਹੜਾ ਬੜਾ ਅਨਮੋਲ ਖਜ਼ਾਨਾ ਸੀ ਸਾਡਾ, ਉਹ ਬਹੁਤ ਅਨਮੋਲ ਖਜ਼ਾਨਾ ਸੀ ਸਾਡਾ, ਕਹਿੰਦੇ ਉਹ ਵੇਚਿਆ ਗਿਆ ਹੈ। ਤੇ ਉਸ ਦੇ ਦੌਰਾਨ ਤੁਹਾਡੇ ਕੋਲ ਵੀ ਕਹਿੰਦੇ ਕੋਈ ਬੰਦਾ ਆਇਆ ਸੀ ਵੀ ਆਹ ਬੀੜ ਮੈਂ ਵੇਚਣੀ ਚਾਹੁੰਦਾ ਜਾਂ ਆਹ ਸਮੱਗਰੀ ਜੋ ਵੀ ਹੈ, ਬੁੱਕ ਹੈ, ਬੀੜ ਹੈ, ਕੁਝ ਵੀ ਹੈ, ਤੇ ਕਹਿੰਦੇ ਤੁਸੀਂ ਟੁੱਟ ਕੇ ਪੈ ਗਏ ਸੀ। ਕੀ ਇਹ ਗੱਲ ਤਾਂ ਸੱਚਾਈ ਹੈ? ਬਿਲਕੁਲ ਸੱਚਾਈ ਜੀ। ਮੈਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਭੇਜਿਆ, ਮੈਂ ਕਿਹਾ ਜੀ ਮੈਂ ਆਹ 5204 ਨੰਬਰ ਨੂੰ ਖਰੜਾ ਯਾਦ ਆ, ਖਰੜ ਦੀ ਕਾਪੀ ਉਹਦਾ ਫਸਟ ਪੇਜ ਨਹੀਂ ਸੀ ਹੈਗਾ, ਲੱਖ ਰੁਪਏ ਦੀ ਡਿਮਾਂਡ ਸੀ। ਹਾਂ, ਤੇ ਮੈਂ ਕਿਹਾ ਵੀ ਮੈਨੂੰ ਗੱਲ ਦੱਸ, ਜੇ ਪਹਿਲਾ ਪੇਜ ਹੀ ਨਹੀਂ ਹੋਏਗਾ ਤੇ ਕੌਣ ਖਰੀਦੇਗਾ? ਪਹਿਲਾ ਪੇਜ ਕਿਉਂ ਖਤਮ ਕੀਤਾ ਗਿਆ ਸੀ? ਸਰ ਉਹਦੇ ਤੇ ਮੋਹਰ ਲੱਗੀ ਹੁੰਦੀ ਹੈ, ਸ਼੍ਰੋਮਣੀ ਕਮੇਟੀ ਦੇ ਲਾਇਬ੍ਰੇਰੀ ਦੀ ਮੋਹਰ ਨਹੀਂ ਹੋਏਗੀ। ਹਾਂ ਠੀਕ ਹੈ, ਉਹ ਮੈਨੂੰ ਪਤਾ ਨਹੀਂ 5204 ਨੰਬਰ ਹੈ। ਮੈਂ ਇਹਨਾਂ ਨੂੰ ਭੇਜਿਆ ਵੀ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਤੁਹਾਡਾ ਹੈਗਾ ਦੱਸੋ। ਕੋਈ ਨਹੀਂ ਬੋਲਿਆ। ਵੀ ਸਾਡੇ ਵਿੱਚ ਕੁਝ ਅਖੌਤੀ ਵਿਦਵਾਨ ਅਖਬਾਉਣ ਵਾਲੇ, ਮੈਨੂੰ ਪਤਾ ਲੱਗਾ ਵੀ ਉਹ ਸਮਾਨ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਰਖਵਾ ਲਿਆ। ਇਹ ਸੱਚ ਹੈ? ਹਾਂਜੀ ਬਿਲਕੁਲ ਸੱਚ ਹੈ। ਇਹਨਾਂ ਨੂੰ ਕਿਹਾ ਵੀ ਸੀ ਉਦੋਂ ਵੀ ਤੁਸੀਂ FIR ਕਰੋ, ਮੈਂ ਕਢਵਾ ਵੀ ਦਿੰਦਾ। ਕਿਹਾ ਸੀ? ਹਾਂ, ਉੱਥੇ ਐਗਜ਼ੀਬਿਸ਼ਨ ਲੱਗੀ ਲੰਡਨ। ਹਾਂ, ਉੱਥੇ ਗੋਬਿੰਦ ਗੀਤਾ ਹੈਗੀ ਸ਼੍ਰੋਮਣੀ ਕਮੇਟੀ ਦੀ ਹੈ, ਉੱਥੇ ਉਹਦੀ ਐਗਜ਼ੀਬਿਸ਼ਨ ਲੱਗੀ। ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੀ ਹੈ ਦੱਸੋ। ਉੱਥੇ ਮੈਨੂੰ ਇਨਫੋਰਮੇਸ਼ਨ ਆ ਗਈ ਜੀ ਇੱਕ ਦਿਨ ਪਹਿਲਾਂ ਇਹਦੀ ਜਿਲਦ ਬਣਾਈ ਗਈ ਹੈ, ਫੇਰ ਨਹੀਂ ਬੋਲੇ। ਜਿਹੜੀ ਓਰੀਜਨਲ ਦਮਦਮੀ ਬੀੜ ਗੁਰੂ ਗ੍ਰੰਥ ਸਾਹਿਬ ਦੀ ਭਾਈ ਹਰਦਾਸ ਦੀ ਤਿਆਰ ਕੀਤੀ 1684 ਦੀ, ਗੁਰੂ ਗੋਬਿੰਦ ਸਿੰਘ ਦੇ ਦਸਤਖਤ, ਗੁਰੂ ਗੋਬਿੰਦ ਸਿੰਘ ਦੇ ਹੱਥੀਂ ਉਹਦੀ ਸੁਧਾਈ ਕੀਤੀ ਹੋਵੇ, ਉਹ ਵੀ ਗਾਇਬ। ਉਹ ਕਵੈਂਟਰੀ ਪਈ ਹੈ ਦਿੱਲੀ, ਉੱਥੇ ਇੰਗਲੈਂਡ। ਉਹ ਵੀ ਇਹਨਾਂ ਨੂੰ ਫੋਟੋ ਭੇਜੀ। ਕਹਿ ਲਓ ਅੱਖ ਝੁਬਾਏ ਲਈ ਕੇਸ ਕੀਤਾ ਸ਼੍ਰੋਮਣੀ ਕਮੇਟੀ ਨੇ। ਪਹਿਲਾ ਕੇਸ ਕੀਤਾ 1984 ਚ। ਅੱਛਾ, 1984 ਦੇ ਵਿੱਚ ਪਹਿਲਾ ਕੇਸ ਕੀਤਾ ਇਹਨਾਂ ਨੇ। 1000 ਕਰੋੜ ਦਾ ਹਰਜਾਨਾ ਸੁਪਰੀਮ 1984 ਦੇ ਵਿੱਚ ਹਾਂ ਕੇਸ ਕੀਤਾ 1000 ਕਰੋੜ ਦਾ ਹਰਜਾਨੇ ਦਾ। ਉਹ ਕਿਸ ਚੀਜ਼ ਦਾ? ਹੁਣ ਹਰਜਾਨਿਆਂ ਦਾ ਜਦੋਂ ਲਿਖੋਗੇ ਤੁਹਾਨੂੰ ਪਿੱਛੇ ਦੱਸਣਾ ਪਏਗਾ ਨਾ ਬਈ ਮੇਰੀ ਆ ਲਾਇਬ੍ਰੇਰੀ ਲੁੱਟੀ ਗਈ, ਉਹਦੇ ਚ ਆ ਸਮਾਨ ਸੀ। ਠੀਕ, ਲਾਸ਼ਾਂ ਦਾ ਵੀ ਕੋਈ ਲਿਖਿਆ ਰੇਟ। ਓ ਹੋ ਬਿਲਡਿੰਗ ਦਾ ਤੁਸੀਂ ਰੇਟ ਲਾ ਦੋਗੇ, ਕਿਸ ਬੀੜ ਦਾ ਕੀ ਰੇਟ ਲਾਇਆ ਸੀ? 1000 ਕਰੋੜ ਦਾ ਕੇਸ ਸੀ। ਉਹਦੀ ਇਹਨਾਂ ਨੇ 1984 ਤੋਂ ਲੈ ਕੇ 2015 ਤੱਕ ਕੋਰਟ ਫੀਸ ਹੀ ਨਹੀਂ ਜਮ੍ਹਾਂ ਕਰਾਈ। ਸਿਰਫ ਅਖਬਾਰਾਂ 'ਚ ਰਹੋ। ਭਾਜਪਾ ਦੀ ਸਰਕਾਰ ਨੇ ਕਿਹਾ ਵੀ ਅਸੀਂ ਆਊਟ ਆਫ ਦੀ ਕੋਰਟ ਸੈਟਲਮੈਂਟ ਕਰ ਲਓ। ਉੱਥੇ ਕਿਵੇਂ ਸੁਪਰੀਮ ਕੋਰਟ 'ਚ ਰੁਲੀ ਜਾਂਦਾ। ਭਾਜਪਾ ਕਹਿੰਦੇ ਵੀ ਸੈਟਲਮੈਂਟ ਕਰ ਲਓ। ਹਾਂ, ਸੈਟਲਮੈਂਟ ਕਰ ਲਓ। ਹਾਂ, ਚਲੋ ਜੀ। ਇਹ ਮੇਰੇ ਕੋਲ ਆਏ, ਮੈਂ ਹੁਣ ਬੰਦਿਆਂ ਦਾ ਨਾਂ ਨਹੀਂ ਲੈਂਦਾ। ਮੈਂ ਕਿਹਾ ਉੱਥੇ ਜਾ ਕੇ ਕੀ ਕਹੋਗੇ? ਕਿਹੜੀ ਲਾਸ਼ ਦਾ ਕਿੰਨਾ ਮੁੱਲ? 1000 ਕਰੋੜ। ਕਹਿੰਦਾ ਜੀ ਆਪਾਂ ਇਹ ਕਹਿ ਦਾਂਗੇ ਨਹੀਂ ਜੀ ਪਬਲਿਕ ਫੰਡ ਲਈ। ਮੈਂ ਕਿਹਾ ਪਬਲਿਕ ਫੰਡ ਕੀ? ਕੌਮ ਦਾ ਨੁਕਸਾਨ ਕਰਾਂਗੇ, ਪਬਲਿਕ ਦਾ ਕੀ ਤੁਸੀਂ ਫਾਇਦਾ ਕਰੋਗੇ? ਉਹ ਲੈ ਕੇ 1000 ਕਰੋੜ 500 ਕਰੋੜ 700 ਕਰੋੜ ਜੋ ਵੀ ਤੁਸੀਂ ਆਊਟ ਆਫ ਦੀ ਕੋਰਟ ਸੈਟਲਮੈਂਟ ਕਰੋ ਜੀ। ਇਹ ਤਾਂ ਅਸੀਂ ਕੋਈ ਖਾਲਿਸਤਾਨ ਦਾ ਜਿੰਦਾਬਾਦ ਦਾ ਨਾਰਾ ਲਾਉਂਦਾ ਉਹਨੂੰ ਫੜ ਲੈਂਦੇ ਸੀ। ਕਾਂਗਰਸ ਨੇ ਇਹੀ ਕੁਝ ਸੀ ਨਾ, ਖਾਲਿਸਤਾਨ ਕਿਉਂ ਕਹਿੰਦੇ ਨੇ, ਇਹ ਕਿਉਂ ਕਹਿੰਦੇ ਨੇ? ਖਾਲਿਸਤਾਨ ਦੀ ਕਰੰਸੀ ਟੌੜਾ ਸਾਹਿਬ ਦੇ ਨਾਂ ਤੇ ਲਿਫਾਫਾ ਹੈ, ਉਹ ਡਿਸਟਰੋਏ ਕਰ ਰਹੇ ਨੇ। ਤੇ ਟੌੜਾ ਸਾਹਿਬ ਨੂੰ ਕੁਝ ਨਹੀਂ ਕਹਿ ਰਹੇ। ਹਾਂ, ਟੌੜਾ ਸਾਹਿਬ ਨੂੰ ਬਚਾ ਲਿਆ। ਸਰਕਾਰ ਦੇ ਪਹਿਲਾਂ ਝੋਲੀ 'ਚ ਜਾ ਕੇ ਗਿਰੇ, ਸਰਕਾਰ ਤੋਂ ਹੀ ਸਾਰਾ ਕੰਮ ਕਰਾ ਕੇ ਫਿਰ ਆਪਣੀਆਂ ਰਿਹਾਈਆਂ ਭਾਲਦੇ ਰਹੇ। ਤੇ ਮਾਵਾਂ ਨੂੰ ਪੁੱਤਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ। ਮਾਵਾਂ ਨੂੰ ਪੁੱਤਾਂ ਦੀ ਲਾਸ਼ਾਂ ਨਹੀਂ ਮਿਲੀਆਂ। ਬੱਚੇ ਯਾਰ ਦੇਖੋ ਗੱਲ ਸੁਣੋ, ਛੋਟੇ ਛੋਟੇ ਬੱਚੇ, ਦੁੱਧ ਚੁੰਗਦੇ ਬੱਚੇ ਜਿਹੜੇ ਨੇ ਮਾਰ ਦਿੱਤੇ। ਤੇ 1500 ਬੰਦਿਆਂ ਨੂੰ ਇਹਨਾਂ ਨੇ ਟਰੱਕਾਂ 'ਚ ਲੱਦਿਆ ਤੇ ਬਾਹਰ ਦਰਿਆ 'ਚ ਸੁੱਟਤਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਖੂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਵੀ ਕਿਸੇ ਨਾ ਕਿਸੇ ਸ਼ਖਸੀਅਤ ਦੇ ਦੁਆਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ। ਵਿਸ਼ੇਸ਼ ਤੌਰ ਦੇ ਉੱਪਰ ਅੱਜ ਮੈਂ ਡਾਕਟਰ ਅਨੁਰਾਗ ਸਿੰਘ ਜੀ ਦੇ ਗ੍ਰਹਿ ਵਿਖੇ ਆਇਆ ਸਾਂ ਤੇ ਅੱਜ ਦਾ ਮੇਨ ਮੁੱਦਾ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ। ਕਿਉਂਕਿ ਵੱਖੋ ਵੱਖਰੇ ਬਿਆਨ ਆਉਂਦੇ ਨੇ, ਕੋਈ ਕਹਿੰਦਾ ਸੜ ਗਈ ਹੈ, ਕੋਈ ਕਹਿੰਦਾ ਲੁੱਟੀ ਗਈ ਹੈ, ਪਰ ਸੱਚ ਕੀ ਹੈ ਇਹ ਜਾਣਨਾ ਬੜਾ ਜ਼ਰੂਰੀ ਹੈ। ਆਪਣਾ ਅੱਜ ਦਾ ਟੌਪਿਕ ਹੋਵੇਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਸੜੀ ਹੈ, ਲੁੱਟੀ ਗਈ ਹੈ, ਕਿੰਨਾ ਸਮਾਨ ਫੌਜ ਲੈ ਕੇ ਗਈ ਹੈ, ਕਿੰਨੀਆਂ ਕਿਸ਼ਤਾਂ ਵਿੱਚ ਵਾਪਸ ਆਇਆ, ਕੀ ਰਹਿ ਗਿਆ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਸ ਕੀਤਾ ਤੇ ਉਸ ਤੋਂ ਬਾਅਦ ਕੀ ਰਿਜ਼ਲਟ ਨਿਕਲਿਆ। ਆਓ ਜਾਣਨ ਦਾ ਯਤਨ ਕਰਦੇ ਹਾਂ। ਮੇਰੇ ਨਾਲ ਨੇ ਡਾਕਟਰ ਅਨੁਰਾਗ ਸਿੰਘ ਜੀ। ਆਓ ਸਵਾਗਤ ਕਰੀਏ।
ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਤਾ ਲੱਗਾ ਹੈ ਵੀ ਜਿਹੜਾ ਬੜਾ ਅਨਮੋਲ ਖਜ਼ਾਨਾ ਸੀ ਸਾਡਾ, ਉਹ ਬਹੁਤ ਅਨਮੋਲ ਖਜ਼ਾਨਾ ਸੀ ਸਾਡਾ, ਕਹਿੰਦੇ ਉਹ ਵੇਚਿਆ ਗਿਆ ਹੈ। ਤੇ ਉਸ ਦੇ ਦੌਰਾਨ ਤੁਹਾਡੇ ਕੋਲ ਵੀ ਕਹਿੰਦੇ ਕੋਈ ਬੰਦਾ ਆਇਆ ਸੀ ਵੀ ਆਹ ਬੀੜ ਮੈਂ ਵੇਚਣੀ ਚਾਹੁੰਦਾ, ਜਾਂ ਆਹ ਸਮੱਗਰੀ ਜੋ ਵੀ ਹੈ, ਬੁੱਕ ਹੈ, ਬੀੜ ਹੈ, ਕੁਝ ਵੀ ਹੈ, ਤੇ ਕਹਿੰਦੇ ਤੁਸੀਂ ਟੁੱਟ ਕੇ ਪੈ ਗਏ ਸੀ। ਕੀ ਇਹ ਗੱਲ ਤਾਂ ਸੱਚਾਈ ਹੈ? ਬਿਲਕੁਲ ਸੱਚਾਈ ਜੀ। ਮੈਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਭੇਜਿਆ, ਮੈਂ ਕਿਹਾ ਜੀ ਮੈਂ ਆਹ 5204 ਨੰਬਰ ਮੈਨੂੰ ਖਰੜਾ ਯਾਦ ਆ, ਖਰੜ ਦੀ ਕਾਪੀ, ਉਹਦਾ ਫਸਟ ਪੇਜ ਨਹੀਂ ਸੀ ਹੈਗਾ, ਲੱਖ ਰੁਪਏ ਦੀ ਡਿਮਾਂਡ ਸੀ। ਹਾਂ। ਤੇ ਮੈਂ ਕਿਹਾ ਵੀ ਮੈਨੂੰ ਗੱਲ ਦੱਸ, ਜੇ ਪਹਿਲਾ ਪੇਜ ਹੀ ਨਹੀਂ ਹੋਏਗਾ ਤੇ ਕੌਣ ਖਰੀਦੇਗਾ? ਇਹਨਾਂ ਨੂੰ ਪਹਿਲਾ ਪੇਜ ਕਿਉਂ ਖਤਮ ਕੀਤਾ ਗਿਆ ਸੀ? ਸਰ ਉਹਦੇ ਤੇ ਮੋਹਰ ਲੱਗੀ ਹੁੰਦੀ ਹੈ, ਸ਼੍ਰੋਮਣੀ ਕਮੇਟੀ ਦੇ ਲਾਇਬ੍ਰੇਰੀ ਦੀ ਮੋਹਰ ਨਹੀਂ ਹੋਏਗੀ। ਹਾਂ। ਠੀਕ ਹੈ, ਉਹ ਮੈਨੂੰ ਪਤਾ ਨਹੀਂ 5204 ਨੰਬਰ ਹੈ। ਮੈਂ ਇਹਨਾਂ ਨੂੰ ਭੇਜਿਆ ਵੀ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਤੁਹਾਡਾ ਹੈਗਾ ਦੱਸੋ। ਕੋਈ ਨਹੀਂ ਬੋਲਿਆ, ਲਿਸਟ 'ਚ ਹੈਗਾ ਉਹ 5204 'ਚ। ਹੁਣ ਇੱਕ ਗੱਲ ਦੱਸੋ, ਉਹ ਚੋਰੀ ਦਾ ਸਮਾਨ ਸੀ, ਹਾਂ ਠੀਕ ਹੈ, ਕੱਲ ਨੂੰ ਆਪਾਂ ਕਸੂਤੇ ਫਸ ਸਕਦੇ ਸੀ। ਹੋ ਸਕਦਾ ਅੱਜ ਮੇਰੇ ਵਰਗੇ ਕੈਮਰਾ ਲੈ ਕੇ ਆ ਜਾਂਦਾ ਵੀ ਡਾਕਟਰ ਅਨੁਰਾਗ ਸਿੰਘ ਜੀ ਤੁਹਾਡੇ 84 ਦਾ ਸਮਾਨ ਉੱਥੇ ਨਹੀਂਗਾ, ਤੁਸੀਂ ਲੈ ਗਏ, ਹਨਾ, ਮੰਨ ਲਓ। ਹਾਂ, ਉਹ ਆਪਾਂ ਦਲੀਲਾਂ ਦਿੰਦੇ, ਵੱਖਰਾ ਵਿਸ਼ਾ, ਆਪਾਂ ਲੜਦੇ ਜਾਂ ਪਿਓ ਪੁੱਤ ਕੁਝ ਵੀ ਕਰਦੇ, ਵੱਖਰਾ ਵਿਸ਼ਾ ਆ ਗਿਆ। ਬਟ ਤੁਸੀਂ ਉਸ ਚੀਜ਼ ਨੂੰ ਮਨਾ ਕਰ ਦਿੱਤਾ। ਮੈਨੂੰ ਪਤਾ ਲੱਗਾ ਹੈ, ਕਿਉਂਕਿ ਮੈਂ ਪਿਛਲੇ 1 ਸਾਲ ਤੋਂ ਇੱਥੇ ਦਿਮਾਗ ਲਾ ਰਿਹਾ ਵਾਂ ਵੀ ਸਾਡੇ ਵਿੱਚ ਕੁਝ ਅਖੌਤੀ ਵਿਦਵਾਨ ਅਖਬਾਉਣ ਵਾਲੇ, ਮੈਨੂੰ ਪਤਾ ਲੱਗਾ ਵੀ ਉਹ ਸਮਾਨ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਰਖਵਾ ਲਿਆ। ਇਹ ਸੱਚ ਹੈ? ਹਾਂਜੀ ਬਿਲਕੁਲ ਸੱਚ ਹੈ। ਇਹਨਾਂ ਨੂੰ ਕਿਹਾ ਵੀ ਸੀ ਉਦੋਂ ਵੀ ਤੁਸੀਂ FIR ਕਰੋ, ਮੈਂ ਕਢਵਾ ਵੀ ਦਿੰਨਾ। ਕਿਹਾ ਸੀ? ਹਾਂ, ਇਹ ਪਟੀਸ਼ਨ 'ਚ ਵੀ ਲਿਖਿਆ ਹੋਇਆ। ਫਿਰ ਇੱਕ ਉੱਥੇ ਐਗਜ਼ੀਬਿਸ਼ਨ ਲੱਗੀ ਲੰਡਨ, ਹਾਂ, ਉੱਥੇ ਗੋਬਿੰਦ ਗੀਤਾ ਹੈਗੀ ਸ਼੍ਰੋਮਣੀ ਕਮੇਟੀ ਦੀ ਹੈ, ਉੱਥੇ ਉਹਦੀ ਐਗਜ਼ੀਬਿਸ਼ਨ ਲੱਗੀ। ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੀ ਹੈ ਦੱਸੋ। ਉੱਥੇ ਮੈਨੂੰ ਇਨਫੋਰਮੇਸ਼ਨ ਆ ਗਈ ਜੀ 1 ਦਿਨ ਪਹਿਲਾਂ ਇਹਦੀ ਜਿਲਦ ਬਣਾਈ ਗਈ ਹੈ। ਫੇਰ ਨਹੀਂ ਬੋਲੇ। ਉੱਥੇ ਕਿਵੇਂ ਪੜ ਗਈ ਉਹ? ਪੇਂਟਿੰਗ ਮਹਾਰਾਜਾ ਰਣਜੀਤ ਸਿੰਘ ਦੀ, ਉੱਥੇ ਸੌਦਬੀ, ਜਦੋਂ ਸੌਦਬੀ ਨੂੰ ਪਤਾ ਲੱਗ ਜਾਏ ਨਾ ਵੀ ਇਹਦੇ 'ਚ ਕੋਈ ਚੋਰੀ ਦਾ ਮਾਲ ਹੈ, ਉਹ ਰੋਕ ਦਿੰਦੇ ਨੇ। ਠੀਕ ਹੈ। ਫਿਰ ਜਿਹੜੀ ਓਰੀਜਨਲ ਦਮਦਮੀ ਬੀੜ ਗੁਰੂ ਗ੍ਰੰਥ ਸਾਹਿਬ ਦੀ ਭਾਈ ਹਰਦਾਸ ਦੀ ਤਿਆਰ ਕੀਤੀ 1684 ਦੀ, ਗੁਰੂ ਗੋਬਿੰਦ ਸਿੰਘ ਦੇ ਦਸਤਖਤ, ਗੁਰੂ ਗੋਬਿੰਦ ਸਿੰਘ ਦੇ ਹੱਥੀਂ ਉਹਦੀ ਸੁਧਾਈ ਕੀਤੀ ਹੋਵੇ, ਉਹ ਵੀ ਗਾਇਬ। ਉਹ ਕਵੈਂਟਰੀ ਪਈ ਹੈ ਦਿੱਲੀ, ਉੱਥੇ ਇੰਗਲੈਂਡ। ਉਹ ਵੀ ਇਹਨਾਂ ਨੂੰ ਫੋਟੋ ਭੇਜੀ, ਮੈਂ ਭੇਜੀ, ਕਹਿਣ ਕਿ ਨਹੀਂ ਭੇਜੀ, ਮੈਂ ਪ੍ਰੂਫ ਦਿਆਂਗਾ ਵੀ ਇਹ ਬੀੜ ਤੁਸੀਂ ਆਪਣੇ ਓਰੀਜਨਲ ਖਰੜੇ ਹੀ ਗਾਇਬ ਕਰ ਰਹੇ ਹੋ। ਓਰੀਜਨਲ ਖਰੜੇ ਗਾਇਬ ਕਰਕੇ ਤੇ ਫਿਰ ਕਿਹਨੂੰ ਕੋ ਦੱਸੋ ਵੀ ਅਸੀਂ ਸੁਧਾਈ ਕਿੱਥੋਂ ਕੀਤੀ ਸੀ ਬੀੜ ਦੀ। ਇਹ 1684 ਮਤਲਬ ਫੌਜ ਜੋ ਸਮਾਨ ਲੈ ਕੇ ਗਈ ਸੀ, ਚਲੋ ਆਪਾਂ 100% ਤੇ ਨਹੀਂ ਕਹਿੰਦੇ, ਪਰ ਇਹ ਜੇ ਕਹਿ ਲਈਏ ਵੀ 90% ਸਾਡਾ ਸਮਾਨ ਵਾਪਸ ਆ ਗਿਆ। ਮੈਨੂੰ ਪਤਾ ਲੱਗਾ ਵੀ ਕੋਰਟ ਦੇ ਆਰਡਰ ਦੇ ਦੁਆਰਾ ਕੁਝ ਡਿਸਟਰਾਈ ਵੀ ਕੀਤਾ ਗਿਆ ਉਹਦੇ ਵਿੱਚੋਂ। ਉਹ ਸਰ ਮੈਂ ਦੱਸਦਾ, ਦੇਖੋ ਕੀ ਹੈ, ਇਹ ਇੱਕ ਕਹਿ ਲਓ ਅੱਖ ਝੁਬਾਏ ਲਈ ਕੇਸ ਕੀਤਾ ਸ਼੍ਰੋਮਣੀ ਕਮੇਟੀ ਨੇ। ਪਹਿਲਾ ਕੇਸ ਕੀਤਾ 1984 ਚ। ਅੱਛਾ, 1984 ਦੇ ਵਿੱਚ ਪਹਿਲਾ ਕੇਸ ਕੀਤਾ ਇਹਨਾਂ ਨੇ। 1000 ਕਰੋੜ ਦਾ ਹਰਜਾਨਾ ਸੁਪਰੀਮ 1984 ਦੇ ਵਿੱਚ ਹਾਂ ਕੇਸ ਕੀਤਾ 1000 ਕਰੋੜ ਦਾ ਹਰਜਾਨੇ ਦਾ। ਉਹ ਕਿਸ ਚੀਜ਼ ਦਾ? ਹੁਣ ਹਰਜਾਨਿਆਂ ਦਾ ਜਦੋਂ ਲਿਖੋਗੇ ਤੁਹਾਨੂੰ ਪਿੱਛੇ ਦੱਸਣਾ ਪਏਗਾ ਨਾ ਬਈ ਮੇਰੀ ਆਹ ਲਾਇਬ੍ਰੇਰੀ ਲੁੱਟੀ ਗਈ, ਉਹਦੇ 'ਚ ਆਹ ਸਮਾਨ ਸੀ। ਠੀਕ, ਲਾਸ਼ਾਂ ਦਾ ਵੀ ਕੋਈ ਲਿਖਿਆ ਰੇਟ। ਓ ਹੋ ਬਿਲਡਿੰਗ ਦਾ ਤੁਸੀਂ ਰੇਟ ਲਾ ਦੋਗੇ, ਕਿਸ ਬੀੜ ਦਾ ਕੀ ਰੇਟ ਲਾਇਆ ਸੀ? 1000 ਕਰੋੜ ਦਾ ਕੇਸ ਸੀ। ਉਹਦੀ ਇਹਨਾਂ ਨੇ 1984 ਤੋਂ ਲੈ ਕੇ 2015 ਤੱਕ ਕੋਰਟ ਫੀਸ ਹੀ ਨਹੀਂ ਜਮ੍ਹਾਂ ਕਰਾਈ। ਸਿਰਫ ਅਖਬਾਰਾਂ 'ਚ ਰਹੋ। ਕੋਰਟ ਫੀਸ 1984 ਤੋਂ 2015 31 ਸਾਲ ਤੱਕ ਕੋਰਟ ਫੀਸ ਜਮ੍ਹਾਂ ਨਹੀਂ ਕਰਾਈ। ਹਾਂ, 2000 ਸਿੱਖ ਸੰਗਤ ਦੀ ਅੱਖਾਂ 'ਚ ਘੱਟਾ। ਹਾਂ, 2015 ਦੇ ਵਿੱਚ ਇਹਨਾਂ ਨੇ 10 ਕਰੋੜ ਜਿਹੜੀ ਦੀ ਫੀਸ ਬਣਦੀ ਸੀ ਜਮ੍ਹਾਂ ਕਰਾਈ। 10 ਕਰੋੜ 10 ਕਰੋੜ ਫੀਸ ਤਾਂ ਹੋ ਗਈ, ਬਾਕੀ ਵਕੀਲਾਂ ਦੀ ਤੇ ਰੁਪਈਏ 10 ਨਹੀਂ ਮਿਲਣੇ ਹਰਜਾਨੇ 'ਚ। ਹੁਣ ਸਰਕਾਰ ਨੇ ਹਰਜਾਨਾ ਕਾਹਦਾ ਪਾਇਆ? ਕੀ ਸਰ ਪਾਇਆ? ਮੈਂ ਉਹੀ ਗੱਲ ਕਰਦਾ ਨਾ, ਇੱਕ ਤਾਂ ਉਧਰ ਹਰਜਾਨੇ ਦਾ ਕੇਸ ਕੱਟ ਲਿਆ। ਚਲੋ ਇੱਕ ਗੱਲ ਦੱਸੋ ਮੈਨੂੰ, ਆਪਾਂ ਗੱਲ ਕਰਦੇ ਹਾਂ। ਨਹੀਂ, ਇੱਕ 84 ਦਾ ਉਧਰ, ਦੂਸਰਾ ਕੇਸ ਜਿਹੜਾ ਇਧਰ ਫੇਕ ਪਾਇਆ ਦਿਖਾਵੇ ਲਈ ਸਤਨਾਮ ਸਿੰਘ ਕੰਡੇ ਤੋਂ ਥਰੂ 2003 ਵਿੱਚ ਪੰਜਾਬ ਹਰਿਆਣਾ ਹਾਈ ਕੋਰਟ 'ਚ। ਉਹ 'ਚ ਕੀ ਕਹਿ ਰਹੇ ਨੇ, 16000 ਕਿਤਾਬਾਂ ਤੇ ਸਾਡੇ ਖਰੜੇ ਸੀ। ਮੈਂ ਕਿ ਇੱਕ ਬਲਾਈਂਡ ਕੋਈ ਲਿਸਟ ਨਹੀਂ, ਇਹ ਆਰਮੀ ਲੈ ਗਈ ਸੀ, CBI ਲੈ ਗਈ ਸੀ, ਸਾਰਿਆਂ ਨੂੰ ਪਾਰਟੀ ਬਣਾ ਲਿਆ। ਸ਼੍ਰੋਮਣੀ ਕਮੇਟੀ ਵੀ ਪਾਰਟੀ ਸੀ, ਉਹਦੇ 'ਚ ਰਿਸਪੋਂਡੈਂਟ ਸੀ।
ਜਦੋਂ ਸੀਬੀਆਈ, ਪੰਜਾਬ ਗਵਰਨਮੈਂਟ, ਹੋਮ ਮਿਨਿਸਟਰੀ, ਗਵਰਨਮੈਂਟ ਆਫ ਇੰਡੀਆ ਨੇ ਆਪਣੇ ਆਪਣੇ ਐਫੀਡੇਵਿਟ ਲਾਤੇ, ਉਹਨਾਂ ਨੇ ਕਹਿਤਾ ਵੀ ਅਸੀਂ ਇਹ ਸਮਾਨ ਮੋੜਤਾ, ਤੇ ਉਹਦੇ ਚੋਂ ਆਹ ਸਮਾਨ ਬਾਕੀ ਬਚਦਾ ਬਚਦਾ ਜਿਹੜਾ ਉਹ ਸਾਡੇ ਮਤਲਬ ਕਿ ਕਿਸੇ ਕੰਮ ਦਾ ਨਹੀਂ ਹੈ। ਵੀ ਇੱਕ ਸੰਤ ਸਪਾਈ ਮੈਗਜ਼ੀਨ ਦਾ ਇਸ਼ੂ, ਇੱਕ ਕੁਝ ਸੰਤ ਚੰਨਣ ਸਿੰਘ ਦੀ ਰਿਵਾਲਵਰ ਸੀ, ਉਹਦਾ ਲਾਇਸੈਂਸ, ਇਹੋ ਜਿਹੀਆਂ 3-4 ਚੀਜ਼ਾਂ ਸੀ, ਉਹ ਸਾਡਾ ਕੋਈ ਐ ਨਹੀਂ ਵੀ ਅਸੀਂ ਸਾਰਾ ਕੁਝ ਮੋੜ ਚੁੱਕੇ ਹਾਂ। ਸ਼੍ਰੋਮਣੀ ਕਮੇਟੀ ਨੇ ਉੱਥੇ ਕੁਝ ਨਹੀਂ ਕੀਤਾ। ਦਿਲਮੇਕ ਸਿੰਘ ਨੂੰ ਪੁੱਛੋ ਵੀ ਉਹਨੇ ਕੁਝ ਨਹੀਂ ਲਿਖਿਆ। ਕੀ ਕੀਤਾ ਕਿ ਆਪਣੇ ਆਪ ਨੂੰ ਰਿਸਪੋਂਡੈਂਟ ਤੋਂ ਛੱਡ ਕੇ ਫਿਰ ਆਪ ਬਣ ਗਏ ਐਪਲੀਕੈਂਟ। ਇਹ ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਕਿ ਪਹਿਲਾਂ ਤੁਸੀਂ ਵਿਰੋਧੀ ਧਿਰ, ਫਿਰ ਤੁਸੀਂ ਧਿਰ ਬਣ ਗਏ ਵੀ ਸਾਡਾ ਸਮਾਨ ਨਹੀਂ ਆਇਆ ਜੀ। ਠੀਕ, ਚਲੋ ਫਿਰ ਜੱਜ ਸਾਹਿਬ ਨੇ ਕਿਹਾ ਵੀ ਪਹਿਲਾਂ ਤਾਂ ਤੁਸੀਂ ਐਫੀਡੇਵਿਟ ਨੂੰ ਚੈਲੰਜ ਨਹੀਂ ਕਰਦੇ। ਹਾਂ, ਐਫੀਡੇਵਿਟ ਨੂੰ ਤੁਸੀਂ ਝੂਠਾ ਸਾਬਤ ਕਰੋ, 2 ਸਾਲ ਲਈ ਸਜ਼ਾ। ਠੀਕ ਹੈ, ਠੀਕ ਹੈ ਨਾ, ਕਰੋ, ਕਿਉਂ ਨਹੀਂ? ਨਾ ਤੁਸੀਂ ਉਹਨੂੰ ਕੌਨਫਰੰਟ ਕਰ ਰਹੇ ਹੋ, ਐਫੀਡੇਵਿਟ ਨੂੰ ਕੌਨਫਰੰਟ ਵੀ ਕਰੋ, ਨਹੀਂ ਕੀਤਾ, ਬਸ ਉਹ ਰਿਸਪੋਂਡੈਂਟ ਦੀ ਬਜਾਏ ਐਪਲੀਕੇਟ ਬਣ ਗਏ। ਹੁਣ ਪਹਿਲਾਂ ਇਹ ਦੱਸੋ ਵੀ ਸਤਨਾਮ ਸਿੰਘ ਕੰਢਾ ਨੂੰ ਉਸ ਤੋਂ ਬਾਅਦ ਫਿਰ ਆਪਾਂ ਨੌਕਰੀ ਦੇ ਦਿੰਦੇ ਹਾਂ। ਉਹ 10,000 ਦੀ ਤੁਸੀਂ ਉਹਨੂੰ ਨੌਕਰੀ ਦਿੰਦੇ ਹੋ, ਔਰ ਲੱਖਾਂ ਰੁਪਏ ਦੇ ਤੇ 6 ਵਕੀਲ ਕੀਤੇ ਇਹਨਾਂ ਨੇ। ਓਕੇ, ਠੀਕ, ਹੁਣ ਉਹਨੂੰ ਉੱਥੇ ਜੱਜ ਸਾਹਿਬ ਨੇ ਜਦੋਂ ਜੱਜਮੈਂਟ ਪਾਸ ਕੀਤੀ ਹੈ, ਉਹ ਕਹਿੰਦੇ ਦੇਖੋ ਤੁਸੀਂ ਨਾ ਤਾਂ ਕੋਈ ਗੱਲ ਕਹੀ, ਨਾ ਤੁਸੀਂ ਸਪੈਸੀਫਾਈ ਕੀਤਾ ਕਿ ਕਿਹੜਾ ਸਮਾਨ ਗਿਆ, ਕਿਹੜਾ ਆਇਆ, ਕਿਹੜਾ ਨਹੀਂ। ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਮੈਨੂੰ ਇਸੇ ਕੋਰਟ 'ਚ ਆਓ ਔਰ ਦੱਸੋ ਵੀ ਕਿਹੜਾ ਸਮਾਨ ਵਾਪਸ ਨਹੀਂ ਆਇਆ। ਫਿਰ I will issue a show cause notice or notice of motion to the concerned authority। 2004 April 2004 ਹਾਰ ਗਏ ਕੇਸ। ਹਾਰੇ ਨੇ, ਉਹਦੇ 'ਚ ਆਰਡਰ ਹੈ। ਸ਼੍ਰੋਮਣੀ ਕਮੇਟੀ ਨੇ ਫਿਰ ਫਾਈਲ ਕਿਉਂ ਨਹੀਂ ਕੀਤੀ ਅਪੀਲ? ਜਿਹੜੇ ਐਫੀਡੇਵਿਟ ਲਾਏ ਸੀ ਗਵਰਨਮੈਂਟ ਨੇ, ਸਭ ਨੇ, ਉਹਨਾਂ ਨੂੰ ਤੁਸੀਂ ਕੌਨਫਰੰਟ ਕਿਉਂ ਨਹੀਂ ਕੀਤਾ? ਝੂਠਾ ਕਿਉਂ ਨਹੀਂ ਕਿਹਾ? ਹੁਣ ਅੱਗੋਂ ਫਿਰ ਦੇਖੋ ਗੱਲ, ਚੋਰ ਨੇ ਤਾਂ ਫਸਣਾ ਹੀ ਫਸਣਾ। ਉਧਰੋਂ 1000 ਕਰੋੜ ਦਾ ਕੇਸ ਲਾਤਾ, ਉਧਰੋਂ ਹੁਣ ਭਾਜਪਾ ਦੀ ਸਰਕਾਰ ਨੇ ਕਿਹਾ ਵੀ ਅਸੀਂ ਆਊਟ ਆਫ ਦੀ ਕੋਰਟ ਸੈਟਲਮੈਂਟ ਕਰ ਲਓ। ਉੱਥੇ ਕਿਵੇਂ ਸੁਪਰੀਮ ਕੋਰਟ 'ਚ ਰੁਲੀ ਜਾਂਦਾ, ਭਾਜਪਾ ਕਹਿੰਦੇ ਵੀ ਸੈਟਲਮੈਂਟ ਕਰ ਲਓ। ਹਾਂ, ਸੈਟਲਮੈਂਟ ਕਰ ਲਓ। ਹਾਂ, ਚਲੋ ਜੀ, ਇਹ ਮੇਰੇ ਕੋਲ ਆਏ, ਮੈਂ ਹੁਣ ਬੰਦਿਆਂ ਦਾ ਨਾਂ ਨਹੀਂ ਲੈਂਦਾ। ਮੈਂ ਕਿਹਾ ਉੱਥੇ ਜਾ ਕੇ ਕੀ ਕਹੋਗੇ? ਕਿਹੜੀ ਕਿਹੜੀ ਲਾਸ਼ ਦਾ ਕਿੰਨਾ ਕਿੰਨਾ ਮੁੱਲ ਹੈ? 1000 ਕਰੋੜ। ਮੈਂ ਟੌੜਾ ਸਾਹਿਬ ਨੇ ਤਾਂ ਬੜਾ ਮਤਲਬ ਕਿ ਲੂੰਬੜ ਚਾਲਾਂ ਖੇਡ ਲਈਆਂ, ਕੌਮ ਨੂੰ ਭੱਠੇ 'ਚ ਪਾ ਕੇ ਤੇ ਆਪ ਆਪਣਾ ਆਨੰਦ ਮਾਣਿਆ ਜੇਲ੍ਹਾਂ ਦੇ ਵਿੱਚ, ਤੇ ਜੋ ਸਹੂਲਤਾਂ ਚਾਹੀਦੀਆਂ ਸਭ ਮਿਲੀਆਂ। ਕਹਿੰਦਾ ਜੀ ਆਪਾਂ ਇਹ ਕਹਿ ਦਾਂਗੇ ਨਹੀਂ ਜੀ ਪਬਲਿਕ ਫੰਡਸ ਲਈ। ਮੈਂ ਕਿਹਾ ਪਬਲਿਕ ਫੰਡਸ ਕੀ, ਕੌਮ ਦਾ ਨੁਕਸਾਨ ਕਰਾਂਗੇ, ਪਬਲਿਕ ਦਾ ਕੀ ਤੁਸੀਂ ਫਾਇਦਾ ਕਰੋਗੇ? ਉਹ ਲੈ ਕੇ 1000 ਕਰੋੜ 500 ਕਰੋੜ 700 ਕਰੋੜ ਜੋ ਵੀ ਤੁਸੀਂ ਆਊਟ ਆਫ ਦੀ ਕੋਰਟ ਸੈਟਲਮੈਂਟ ਕਰੋ ਜੀ। ਤੇ ਉਹ 'ਚ ਇੱਕ ਯਾਦ ਰੱਖੋ, ਤੁਹਾਨੂੰ 10 ਰੁਪਏ ਨਹੀਂ ਮਿਲਣੇ 1000 ਕਰੋੜ ਦੇ। ਹਾਂ, ਤੇ ਤੁਸੀਂ ਬਣ ਕੇ ਹੁਣ ਫਸ ਗਏ ਕਸੂਤੇ। ਤੁਹਾਨੂੰ ਇਹ ਦੱਸਣਾ ਪਊਗਾ ਵੀ ਤੁਸੀਂ 1000 ਕਰੋੜ ਕਿੱਥੇ, ਕਾਹਦਾ ਲਾਇਆ ਸੀ? ਵਕੀਲਾਂ ਦੀਆਂ ਫੀਸਾਂ ਗੋਲਕ 'ਚ ਦਿੱਤੀਆਂ, 10 ਕਰੋੜ ਫਿਰ ਗੋਲਕ 'ਚ ਦਿੱਤਾ। ਯੂ ਹੈਵ ਵੇਸਟਡ ਗੁੱਡ ਮਨੀ ਫॉर ਬੈਡ ਪਰਪਸ। ਇੱਕ ਗੱਲ ਮੈਨੂੰ ਜਾਣਕਾਰੀ ਦਿਓ ਡਾਕਟਰ ਸਾਹਿਬ। ਆਪਾਂ ਕਹਿੰਦੇ ਆ ਕਿ ਜਦੋਂ 84 ਵਾਪਰ ਗਿਆ, ਉਸ ਤੋਂ ਬਾਅਦ ਸਰਕਾਰ ਨੇ ਬਾਬਾ ਸੰਤਾ ਸਿੰਘ ਨੂੰ ਅੱਗੇ ਲਾ ਕੇ ਤੇ ਅਕਾਲ ਤਖਤ ਸਾਹਿਬ ਦਵਾ ਕੰਸਟਰਕਸ਼ਨ ਕਰਾਉਣੀ ਸ਼ੁਰੂ ਕਰ ਦਿੱਤੀ ਵੀ ਤਿਆਰ ਕਰੋ। ਤੇ ਉਸ ਅਕਾਲ ਤਖਤ ਸਾਹਿਬ ਨੂੰ ਜਿਹਦੇ ਵਿੱਚ ਸਰਕਾਰ ਦੀ ਇੱਟ ਲੱਗੀ ਸੀ, ਕੌਮ ਨੇ ਪ੍ਰਵਾਨ ਨਹੀਂ ਕੀਤਾ। ਹਾਂ, ਨਹੀਂ ਕੀਤਾ, ਢਾਇਆ ਗਿਆ। ਤੇ ਫਿਰ ਜਿਹੜਾ ਸ਼੍ਰੋਮਣੀ ਕਮੇਟੀ 1000 ਕਰੋੜ ਸਰਕਾਰ ਕੋਲੋਂ ਮੰਗਦੀ ਸੀ, ਕੀ 1000 ਕਰੋੜ ਇਹ ਪ੍ਰਵਾਨ ਕੀਤਾ ਜਾਂਦਾ? ਸਰ ਮੈਂ ਉੱਥੇ ਪਤਾ ਕੀ ਗੱਲ ਹੁੰਦਾ, ਦੇਖੋ ਕਹਿੰਦਾ ਜਿਹੜਾ ਝੂਠਾ ਬੰਦਾ ਬੁਖਲਾਇਆ, ਉਹ ਆਪਣੇ ਆਪ ਨੂੰ ਬਚਾਉਂਦਾ। ਜਿਵੇਂ ਚੋਰ ਬਾਈ ਹੁੰਦੇ ਨੇ ਨਾ, ਉਹ ਜਦੋਂ ਵੱਟੇ ਪੈਣ ਲੱਗਣ ਉਹ ਇੱਕ ਚੱਦਰ ਲੈ ਲੈਂਦੇ ਨੇ ਵੀ ਇੱਕ ਕੰਬਲ ਲੈ ਲਓ, ਥੋੜੇ ਘੱਟ ਵੱਜਣਗੇ। ਇਹਨਾਂ ਨੇ ਸਾਰਿਆਂ ਨੇ ਇੱਕ ਕੰਬਲ ਲੈ ਲਿਆ ਜਿੰਨੇ ਚੋਰ ਸੀ। ਠੀਕ ਹੈ, ਤੇ ਕੌਮ ਦਾ ਨੁਕਸਾਨ ਦਾ ਕੋਈ ਨਹੀਂ ਦੇਖਿਆ ਵੀ ਕੀ ਹੋਇਆ ਕੀ ਨਹੀਂ, ਨੋ ਪ੍ਰੋਬਲਮ। ਪਰ ਸੱਚ ਜਿਹੜਾ ਉਹ ਮੂੰਹ ਬੋਲਦਾ ਹੁੰਦਾ। ਹੁਣ ਇਹ ਆਪੇ ਹੀ ਜਵਾਬ ਦੇਣਗੇ ਵੀ ਗੁਰੂ ਰਾਮਦਾਸ ਲਾਇਬ੍ਰੇਰੀ 4000 ਕਿਤਾਬ ਆਈ, ਉਹ ਗਈ ਸੀ ਕਿ ਨਹੀਂ ਗਈ ਸੀ। ਅੱਛਾ, ਫਿਰ ਦੇਖੋ ਬੜੀ ਉਹ ਸੀਬੀਆਈ ਆਪਣੇ ਐਫੀਡੇਵਿਟ 'ਚ ਕਹਿ ਰਹੀ ਹੈ ਕਿ ਅਸੀਂ ਜਿਹੜਾ ਸਾਨੂੰ ਸਮਾਨ ਦਿੱਤਾ ਗਿਆ ਉਹਦੇ 'ਚੋਂ ਆਹ 117 ਡਾਕੂਮੈਂਟ ਜਿਹੜੇ ਨੇ ਵਿਚ ਵਰ ਕੰਸੀਡਰਡ ਸੈਡੀਸ਼ੀਅਸ, ਇਹ ਅਸੀਂ ਕੋਰਟ ਦੀ ਪਰਮਿਸ਼ਨ ਨਾਲ ਸਾੜ ਦਿੱਤੇ ਗਏ। ਅੱਛਾ, ਇਹ ਗੱਲ ਕਹਿੰਦੇ ਆ। ਹਾਂ, ਠੀਕ ਹੈ, ਕੋਰਟ ਦੀ ਪਰਮਿਸ਼ਨ ਸੈਡੀਸ਼ੀਅਸ ਹੀ ਸਾੜ ਤੇ। ਕੁਝ ਡਾਕੂਮੈਂਟ ਹੋਰ ਉਹ ਸਾਡੇ
ਲਾਇਬ੍ਰੇਰੀ ਨਾਲ ਤਾਂ ਕੋਈ ਕੰਸਰਨ ਨਹੀਂ ਹੈਗਾ। ਜਿਹੜੇ ਉਹਨਾਂ ਸਾਡੇ ਆ। ਹਾਂ, ਫਿਰ ਉਹਨਾਂ ਨੇ ਇੱਕ ਲਿਖਿਆ ਕਿ ਜੀ ਆਹ ਕੁਝ ਡਾਕੂਮੈਂਟ ਨੇ ਜਿਹੜੇ ਅਸੀਂ ਕਿ ਕੋਰਟ ਦੀ ਪਰਮਿਸ਼ਨ ਨਾਲ ਫਿਰ ਡਿਸਟਰੋਏ ਕੀਤੇ। ਉਹ ਕਿਹੜੇ ਕਿਹੜੇ ਸੀ? ਉਹਦੇ 'ਚ ਬੜਾ ਇੱਕ ਇੰਪੋਰਟੈਂਟ ਡਾਕੂਮੈਂਟ ਹੈ। ਇਹ ਤਾਂ ਅਸੀਂ ਕੋਈ ਖਾਲਿਸਤਾਨ ਦਾ ਜਿੰਦਾਬਾਦ ਦਾ ਨਾਅਰਾ ਲਾਉਂਦਾ ਉਹਨੂੰ ਫਾੜ ਲੈਂਦੇ ਸੀ। ਕਾਂਗਰਸ ਨੇ ਇਹੀ ਕੁਝ ਸੀ ਨਾ, ਖਾਲਿਸਤਾਨ ਕਿਉਂ ਕਹਿੰਦੇ ਨੇ, ਇਹ ਕਿਉਂ ਕਹਿੰਦੇ ਨੇ। ਖਾਲਿਸਤਾਨ ਦੀ ਕਰੰਸੀ ਟੌੜਾ ਸਾਹਿਬ ਦੇ ਨਾਂ ਤੇ ਲਿਫਾਫਾ ਹੈ, ਉਹ ਡਿਸਟਰੋਏ ਕਰ ਰਹੇ ਨੇ। ਤੇ ਟੌੜਾ ਸਾਹਿਬ ਨੂੰ ਕੁਝ ਨਹੀਂ ਕਹਿ ਰਹੇ। ਹਾਂ, ਟੌੜਾ ਸਾਹਿਬ ਨੂੰ ਬਚਾ ਲਿਆ। ਔਰ ਧਿਆਨ ਰੱਖਿਓ, ਇੱਕ ਟ੍ਰਿਬਿਊਨ 'ਚ ਜਦੋਂ ਇਹ ਰਾਜੀਵ ਲੌਂਗੋਵਾਲ ਰਿਕਾਰਡ ਹੁੰਦਾ ਨਾ, ਇਹ ਜੁਲਾਈ 86-87 ਦੀ ਹੋਣੀ ਗੱਲ, ਸਮਝੌਤਾ ਉਹ ਟ੍ਰਿਬਿਊਨ 'ਚ ਕਾਰਟੂਨ ਆਇਆ ਸੀ ਵੀ ਬੰਦੇ ਨੂੰ ਇੱਕ ਲਿਜਾ ਰਹੇ ਨੇ ਪਕੜ ਕੇ, ਕਹਿੰਦਾ ਜੀ ਤੇ ਜੁਰਮ ਕਿਹੜੇ ਨੇ? ਕਹਿੰਦਾ ਵੇਜਿੰਗ ਦੀ ਵਾਰ ਅਗੇਂਸਟ ਕੰਟਰੀ, ਟੈਰਰਿਜ਼ਮ, ਸਾਰੇ ਲਾਤੇ ਜਿੰਨੇ ਸੀ ਉਹਨਾਂ ਦੇ। ਕਹਿੰਦਾ ਵਾਪਸ ਕਦੋਂ ਆਊ? ਕਹਿੰਦਾ ਜੇ ਰਾਜੀਵ ਨਾਲੇ ਅਕਾਰਡ ਸਾਈਨ ਕਰ ਲੂਗਾ। ਇਹ ਕਾਰਟੂਨ ਟ੍ਰਿਬਿਊਨ ਦਾ, ਮੈਨੂੰ ਯਾਦ ਹੈ। ਵੀ ਸਰਕਾਰ ਦੇ ਪਹਿਲਾਂ ਝੋਲੀ 'ਚ ਜਾ ਕੇ ਗਿਰੇ, ਸਰਕਾਰ ਤੋਂ ਹੀ ਸਾਰਾ ਕੰਮ ਕਰਾ ਕੇ ਫਿਰ ਆਪਣੀਆਂ ਰਿਹਾਈਆਂ ਭਾਲਦੇ ਰਹੇ। ਤੇ ਮਾਵਾਂ ਨੂੰ ਪੁੱਤਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ। ਮਾਵਾਂ ਨੂੰ ਪੁੱਤਾਂ ਦੀ ਲਾਸ਼ਾਂ ਨਹੀਂ ਮਿਲੀਆਂ। ਬੱਚੇ, ਯਾਰ ਦੇਖੋ ਗੱਲ ਸੁਣੋ, ਛੋਟੇ ਛੋਟੇ ਬੱਚੇ, ਦੁੱਧ ਚੁੰਗਦੇ ਬੱਚੇ ਜਿਹੜੇ ਨੇ ਮਾਰਤੇ। ਬ੍ਰਹਮ ਸ਼ਲਾਨੀ ਜਿਹੜਾ ਐਸੋਸੀਏਟਡ ਪ੍ਰੈਸ ਦਾ ਉਸ ਵਕਤ ਚੀਫ ਸੀ, ਉਹ ਉੱਥੋਂ ਸਾਰੀ ਇਨਫੋਰਮੇਸ਼ਨ ਲੈ ਕੇ ਸ਼ਿਮਲੇ ਜਾ ਕੇ ਉਹਨੇ ਲੰਡਨ ਭੇਜੀ ਕੇਬਲ। ਹਾਂ, ਵੀ ਅੰਦਰ ਬੰਦਿਆਂ ਦੇ ਜਿਨ੍ਹਾਂ ਨੂੰ ਮਾਰਿਆ ਗਿਆ ਉਹਨਾਂ ਦੇ ਪਿੱਛੇ ਹੱਥ ਬੰਨੇ ਹੋਏ ਸੀ। ਤੇ ਉਹ ਤੁਹਾਨੂੰ ਦੱਸਿਆ ਵੀ ਕੁਮਾਊ ਰੰਜਬੇੜ ਦਾ ਬੰਦਾ ਲਿਖ ਰਿਹਾ, ਇਹ ਕਿਤਾਬ ਮੈਂ ਜ਼ਿਕਰ ਕੀਤਾ, ਉਹਨੂੰ ਕੋਟ ਕੀਤਾ ਵੀ 1500 ਬੰਦਿਆਂ ਨੂੰ ਇਹਨਾਂ ਨੇ ਟਰੱਕਾਂ 'ਚ ਲੱਦਿਆ ਤੇ ਬਾਹਰ ਦਰਿਆ 'ਚ ਸੁੱਟਤਾ। ਇੱਕ ਹੋਰ ਜਾਣਕਾਰੀ ਦਿਓ, ਆਰਮੀ ਨੇ ਰਜਿਸਟਰ ਦਿੱਤੇ। ਸਵਾਲ ਆ, ਮੰਨ ਲਓ ਮੈਂ ਤੁਹਾਡੀ ਲਾਇਬ੍ਰੇਰੀ ਲੁੱਟੀ, ਆਪਾਂ ਬੜੀ ਬਰੀਕੀ 'ਚ ਗੱਲ ਕਰਦੇ ਹਾਂ, ਤੁਹਾਡੀ ਲਾਇਬ੍ਰੇਰੀ ਲੁੱਟੀ, ਲੈ ਗਿਆ, ਤੁਹਾਡੇ ਰਜਿਸਟਰ ਵੀ ਚੁੱਕ ਕੇ ਲੈ ਗਿਆ ਜਿਹਦੇ ਵਿੱਚ ਲਿਖਿਆ ਹੋਇਆ ਸੀ ਵੀ ਕਿਹੜੀ ਕਿਹੜੀ ਅਲਮਾਰੀ 'ਚ ਕਿਹੜੀ ਕਿਹੜੀ ਕਿਤਾਬ ਪਈ ਹੈ ਨਾ। ਹੁਣ ਜਦੋਂ ਮੈਂ ਤੁਹਾਡੇ ਰਜਿਸਟਰ ਵਾਪਸ ਕੀਤੇ ਆ, ਜਾਂ ਤੇ ਮੈਂ ਰਜਿਸਟਰ ਵਾਪਸ ਨਾ ਕਰਾਂ ਜਿਵੇਂ ਕਿਤਾਬਾਂ ਰੱਖਣੀਆਂ ਨੇ, ਤੇ ਮੈਂ ਇੱਥੇ ਕੋਈ ਸਰਕਾਰ ਨੂੰ ਸਹੀ ਸਾਬਤ ਨਹੀਂ ਕਰਦਾ ਪਿਆ। ਸਰਕਾਰ ਤੇ ਜੋ ਲੁੱਟ ਕੇ ਲਗਾਈ ਹੈ, ਸਾਡਾ ਬਹੁਤ ਮਾੜਾ ਕੀਤਾ। ਇੱਥੇ ਕੱਲ ਨੂੰ ਕੋਈ ਕਵੇ ਵੀ ਮਖੂ ਸਰਕਾਰ ਨਹੀਂ, ਉਹ ਤਾਂ ਮਾੜਾ ਸਾਡਾ ਹੋਇਆ ਹੀ ਹੋਇਆ। ਮੈਂ ਕਹਿੰਦਾ ਜੋ ਆਪਣਿਆਂ ਨੇ ਕੀਤਾ ਉਹ ਤੇ ਮਾੜਾ ਕਰੇ, ਗੱਲ ਪੱਲੇ ਵੀ ਪੈਂਦੀ ਹੈ। ਉਹ ਤੇ ਸਾਡੇ ਨੂੰ ਮਾਰ ਕੇ ਚਲੇ ਗਏ, ਗੱਲ ਪੱਲੇ ਵੀ ਪੈਂਦੀ ਹੈ। ਪਰ ਸਾਡੇ ਆਪਣੇ ਸਾਡਾ ਇਤਿਹਾਸਿਕ ਖਜ਼ਾਨਾ ਲੁੱਟਣੇ ਤੇ ਗੱਲ ਸਮਝ ਦੇ ਵਿੱਚ ਨਹੀਂ ਨਾ ਹੁੰਦੀ। ਉਹ ਸਰਕਾਰ ਜੇ ਰਜਿਸਟਰ ਵਾਪਸ ਕਰਦੀ ਹੈ ਤੇ ਨੈਚੁਰਲ ਗੱਲ ਹੈ, ਰਜਿਸਟਰ ਕਿਉਂ ਵਾਪਸ ਕਰੇਗੀ ਜੇ ਉਹਨਾਂ ਨੇ ਕਿਤਾਬਾਂ ਨਹੀਂ ਵਾਪਸ ਕਰਨੀਆਂ ਹੋਈਆਂ? ਰਜਿਸਟਰ ਦੇ ਉੱਪਰ ਸਾਰਾ ਚੜਿਆ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਕਿਤਾਬ ਹੈ। ਇਹ ਕੀ ਸਿਸਟਮ ਮੇਰੀ ਸਮਝ ਤੋਂ ਬਾਹਰ ਹੋ ਗਿਆ। ਤਾਂ ਤੁਹਾਡੀ ਸਮਝ ਤੋਂ ਬਾਹਰ ਨਹੀਂ, ਇਹਨਾਂ ਦੀ ਸਮਝ ਹੈਗਾ। ਇਹ ਹੁਣ ਸੁੱਤੇ ਨੂੰ ਤਾਂ ਜਗਾ ਲਓਗੇ, ਮਚਲੇ ਨੂੰ। ਇਹ ਬੀਬੀ ਜਗੀਰ ਕੌਰ ਵੇਲੇ GS ਬਚਨ ਹੁੰਦੇ ਸੀ, ਗੁਰੂ ਨਾਨਕ ਯੂਨੀਵਰਸਿਟੀ ਤੋਂ ਡੈਪੂਟੇਸ਼ਨ ਤੇ ਲਏ ਸੀ, ਉਹਨਾਂ ਦੇ ਕਹਿ ਲਓ ਆਫਿਸਰ ਆਫ ਸਪੈਸ਼ਲ ਡਿਊਟੀ। ਉਹਨਾਂ ਨੇ ਫਿਰ ਰਜਿਸਟਰ ਬਣਵਾਇਆ ਸੀ ਵੀ ਤੁਸੀਂ ਇਹ ਕਰੋ ਕਿ ਆਹ ਸਾਡੀਆਂ ਕਿਤਾਬਾਂ ਨੇ ਜਿਹੜੀਆਂ ਆਈਆਂ, ਉਹਨਾਂ ਨੂੰ ਨਵਾਂ ਸੈਸ਼ਨ ਨੰਬਰ ਲਾ ਦਿਓ। ਉਹ ਰਜਿਸਟਰ ਅੰਦਰ ਹੈ ਨੀਲੇ ਰੰਗ ਦਾ, ਤੋਂ ਹਿਸਾਬ ਕਰਨ ਨੂੰ ਕਿੰਨਾ ਵੀ ਨਹੀਂ ਆਈਆਂ। ਹੁਣ ਜਦੋਂ ਕੇਸ ਕੀਤਾ ਗਿਆ ਹਾਈ ਕੋਰਟ ਦੇ ਵਿੱਚ, ਪਹਿਲਾਂ ਸਾਰਿਆਂ ਨੂੰ ਨੋਟਿਸ ਕੱਢਣ ਲੱਗੇ ਸੀ ਦੁਬਾਰਾ, ਪਰ ਚੀਫ ਜਸਟਿਸ ਕਹਿੰਦੇ ਨਹੀਂ, ਕਿਉਂਕਿ ਪਹਿਲਾਂ ਜਿਹੜੇ ਨੇ ਉਹਨਾਂ ਨੇ ਆਪਣੇ ਐਫੀਡੇਵਿਟ ਦੇ ਚੁੱਕੇ ਨੇ। ਸ਼੍ਰੋਮਣੀ ਕਮੇਟੀ ਨੇ ਆ ਕੇ ਨਹੀਂ ਦੱਸਿਆ ਸਾਨੂੰ ਇੰਨੇ ਸਾਲ ਵੀ ਸਾਡੀ ਕਿਹੜੀ ਚੀਜ਼ ਰਹਿੰਦੀ ਹੈ। ਪਹਿਲਾਂ ਸ਼੍ਰੋਮਣੀ ਕਮੇਟੀ ਆ ਕੇ ਦੱਸੇ ਸਾਡੇ ਕੀ ਚੀਜ਼ ਰਹਿੰਦੀ ਹੈ, ਫਿਰ ਜਿਹੜੇ ਡਿਪਾਰਟਮੈਂਟ ਤੋਂ ਰਹਿੰਦੀ ਹੈਗੀ ਅਸੀਂ ਉਹਨਾਂ ਤੋਂ ਮੰਗਾਂਗੇ, ਉਹਨਾਂ ਨੂੰ ਨੋਟਿਸ ਉਦੋਂ ਕੱਢਾਂਗੇ। ਅੱਜ ਕਿੰਨੀ ਤਰੀਕ ਹੋਈ? 3.5 ਸਾਲ ਹੋ ਗਏ, 3 ਸਾਲ ਹੋ ਗਏ। ਸਰਕਾਰ ਦੇ ਐਫੀਡੇਵਿਟ ਦਿਖਾ ਸਕਦੇ ਹੋ? ਮੈਂ ਤੁਸੀਂ ਦਿਖਾ ਰਹੇ ਸੀ ਵੀ ਸਰਕਾਰ ਨੇ ਐਫੀਡੇਵਿਟ ਦਿੱਤਾ ਆ। ਬਿਲਕੁਲ। ਔਰ ਮੈਂ ਚਾਹੁੰਦਾ ਵੀ ਉਹ ਆਪਾਂ ਲੋਕਾਂ ਦੇ ਕੋਲ ਕੁਝ ਲੁਕੋਈਏ ਨਾ, ਸਭ ਕੁਝ ਜਨਤਕ ਕਰਦੇ ਰਹੀਏ ਵੀ ਸਰਕਾਰ ਨੇ ਐਫੀਡੇਵਿਟ ਕੀ ਦਿੱਤਾ ਤੇ ਐਫੀਡੇਵਿਟ ਦੇ ਵਿੱਚੋਂ ਕੀ ਸਰਕਾਰ ਸਾਨੂੰ ਦੱਸਣਾ ਚਾਹੁੰਦੀ ਹੈ। ਇਹ ਚੀਜ਼ਾਂ ਬੜੀਆਂ ਜ਼ਿਆਦੀਆਂ ਜ਼ਰੂਰੀ ਨੇ। ਆਹ ਦੇਖੋ ਜੀ, ਇਹ ਤਾਂ ਹੈਗਾ ਬੀੜਾਂ ਦੇ ਜਿਹੜੀਆਂ ਇਤਿਹਾਸਕ ਬੀੜਾਂ ਅੰਦਰ ਪਈਆਂ ਸੀ ਨਾ 66, ਹਾਂ, ਉਹਦੀ ਲਿਸਟ ਹੈ। ਅੱਛਾ, ਠੀਕ ਹੈ। ਤੇ 1676 ਦੀ ਪਹਿਲੀ ਬੀੜ ਹੈ। 1676 ਦੀ। ਹਾਂਜੀ, ਇਹ 66 ਬੀੜਾਂ ਜਿਹੜੀਆਂ ਇਹਨਾਂ ਵਿੱਚ ਹੀ ਫਿਰ ਇਹ ਉਹ ਗਿਆਨੀ ਗਿਆਨ ਸਿੰਘ ਨਿਹੰਗ ਦੀ ਖੋਜ ਦੇ ਵਿੱਚੋਂ ਮੈਂ ਲਈਆਂ ਸੀ। ਆਹ ਲਿਸਟ ਹੈਗੀ ਆ ਜਿਹੜੀ ਆਰਮੀ ਨੇ CBI ਨੂੰ ਕੇਸ ਵਾਸਤੇ ਸਾਰੀ ਦਿੱਤੀ।
ਮਤਲਬ ਐ ਨਹੀਂ ਸਿਸਟਮ ਕੋਈ ਵੀ ਬਿਨਾਂ ਸਿਸਟਮ ਕੰਮ ਹੋਵੇਗਾ। ਹਾਂ, ਕਿ ਉਹਨਾਂ ਨੇ ਆ ਕੀ ਦਿੱਤਾ ਉਹਨਾਂ ਨੂੰ, ਉਹ ਇਹ ਉਹਨਾਂ ਨੇ ਸਾਰੀ ਲਿਸਟ ਹੈਗੀ ਹੈ। ਇਹ 'ਚ ਪੁਆਇੰਟ ਕਿੰਨੇ ਨੇ ਮੇਰੇ ਖਿਆਲ ਦੇ ਵਿੱਚ? 117। ਇਹ ਆਰਮੀ ਨੇ ਕਿਹਨਾਂ ਨੂੰ ਦਿੱਤਾ? CBI ਨੂੰ। ਉਹਨਾਂ ਨੇ CBI ਕੇਸ ਜੋ ਇਹਨਾਂ ਨੂੰ ਫੜਿਆ, ਜਿਨ੍ਹਾਂ ਨੂੰ ਉਹਨਾਂ ਦਾ ਕੇਸ ਵੀ ਤੇ ਚਲਾਉਣਾ ਸੀ, ਕੇਸ ਤੇ ਸਾਰੇ ਬਰੀ ਕਰਤੇ ਬਾਅਦ ਚ। ਠੀਕ ਹੈ। ਆਹ ਦੇਖੋ ਹੁਣ ਖਾਕੀ ਡਰੈਸ ਕਾਦੀ ਸੀ? 115 ਨੰਬਰ 115 ਨੰਬਰ ਡਰੈਸ ਖਾਕੀ। ਹਾਂ, ਸਟੈਂਪਸ ਆਫ ਖਾਲਿਸਤਾਨ 15 ਸ਼ੀਟਸ। ਹਾਂ, ਓਕੇ, ਇਹ ਉਹਨਾਂ ਨੇ ਉਹਨਾਂ ਨੂੰ ਦਿੱਤੀਆਂ ਫॉर ਜਿਹੜਾ ਚਲਾਨ ਲਈ ਕੇਸ। ਠੀਕ ਹੈ। ਆ ਇੱਥੇ ਤੁਸੀਂ ਅੰਡਰਲਾਈਨ ਕੁਝ ਕੀਤਾ ਹੋਇਆ ਆ, ਇਹ ਕੀ ਹੈ? ਮੈਂ ਚਾਹਾਂਗਾ ਇਹ ਚੀਜ਼ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਓ। ਆਹ ਜਿਹੜੀ ਪਹਿਲੀ ਲਿਸਟ ਜਿਹਦੇ ਚ ਉਹਨਾਂ ਨੇ ਜੋ ਸਮਾਨ ਭੇਜਿਆ ਇਹ ਸਾਰਾ ਅੰਦਰ ਪਿਆ। ਮੈਂ ਜੋ ਚੈੱਕ ਸਮਾਨ ਜੋ ਸਮਾਨ ਵਾਪਸ ਕੀਤਾ ਹੈ ਇਹ ਅੰਦਰ ਹੈਗਾ ਪਿਆ। ਇਹ ਅੰਦਰ ਪਿਆ ਹੋਇਆ, ਤੁਸੀਂ ਚੈੱਕ ਕਰ ਲਿਆ? ਮੈਂ ਚੈੱਕ ਕਰ ਲਿਆ। ਆਹ ਪਹਿਲੀ ਲਿਸਟ ਹੈ। ਆਹ ਵੀ ਦੇਖੋ ਹੇਠਾਂ ਮੈਂ ਨੋਟ ਕੀਤਾ ਓਨਲੀ 3 ਅਵੇਲੇਬਲ। ਇਨਸਾਈਕਲੋਪੀਡੀਆ ਬ੍ਰਿਟਾਨੀਆ ਜਾਂ ਤਾਂ ਕਿਤੇ ਹੋਰ 14 ਵਾਲੀਅਮ ਚ ਕਿਤੇ ਹੋਰ ਰੱਖੀਆਂ ਹੋਣਗੀਆਂ। ਨਹੀਂ, ਅੰਦਰ ਕਿੰਨੀਆਂ? 14 ਵਾਲੀਅਮ ਸੀ। 14 ਚੋਂ 3 ਅੰਦਰ ਮੈਂ ਦੇਖੀਆਂ, ਬਾਕੀ ਨਹੀਂ ਦੇਖੀਆਂ। ਮੈਂ ਆਪਣੀ ਇੱਕ ਰਿਸਰਚ ਜਿਹੜੀ ਹੈ ਐਵੇਂ ਨਹੀਂ ਕੀਤੀ, ਉੱਥੇ ਮੈਂ ਵੈਰੀਫਿਕੇਸ਼ਨ ਕੀਤੀ ਹੋਈ ਹੈ ਇੱਕ ਚੀਜ਼ ਦੀ। ਠੀਕ ਹੈ, ਇਹ ਉਹ ਹੈ ਲਿਸਟ ਹੈ। ਇਹ ਹੁਕਮਨਾਮਾ ਜਿਹੜਾ ਵਾਪਸ ਕੀਤਾ ਹੁਣ ਉਹ ਕਿੱਥੇ ਹੈ? ਹੈ ਨਹੀਂ ਗਾ ਅੰਦਰ। ਨੋ, ਉਹ ਬੀੜੀ ਹੈ ਨਹੀਂ, ਬੀੜੀ ਹੈ ਨਹੀਂ। ਜਦੋਂ ਜਿਹੜੀ ਕੀ ਨਾ ਆ ਕੁਛ ਅੰਡਰਲਾਈਨ ਕੀਤਾ, ਮੈਂ ਚਾਹਾਂਗਾ ਆ ਵੀ ਚੀਜ਼ ਦੱਸੋ, ਇਹ ਕੀ ਹੈ? ਇਹ ਹੈਗਾ ਜੀ, ਇਹ ਸਾਰੀਆਂ ਅਖਬਾਰਾਂ ਜਿਹੜੀਆਂ ਅੱਛਾ ਵਾਪਸ ਕੀਤੀਆਂ ਉਹਨਾਂ ਨੇ, ਇਹ ਸਾਰੀਆਂ ਅੰਦਰ ਪਈਆਂ ਨੇ ਹੇਠਾਂ ਹੀ, ਹਾਲੇ ਵੀ ਹੇਠਾਂ ਪਈਆਂ। ਠੀਕ ਹੈ। ਅੱਛਾ, ਹਾਂ, ਇਹਨਾਂ ਸਿਗਨੇਚਰ ਰਿਸੀਵ ਕਰਨ ਦੇ। ਅੱਛਾ, ਸਿਗਨੇਚਰ ਨੇ ਰਿਸੀਵ ਕਰਨ ਦੇ। ਆ ਬ੍ਰਿਗੇਡੀਅਰ ਹੈ। ਹਾਂ, ਵੀ ਕੋਈ ਆਰਮੀ ਦਾ ਅਫਸਰ ਹੈ, PN ਸਾਨੀ। SS ਢਿੱਲੋਂ PCS ਹੈ। ਠੀਕ ਹੈ। ਰਿਸੀਵ ਕੌਣ ਕਰ ਰਿਹਾ? ਰਿਸੀਵ ਕਰ ਰਹੇ ਸੀ ਗਿਆਨੀ ਭਾਨ ਸਿੰਘ ਸੈਕਟਰੀ ਤੇ ਅਸਿਸਟੈਂਟ ਸੈਕਟਰੀ ਕੁਲਵੰਤ ਸਿੰਘ। ਅੱਛਾ, ਕੁਲਵੰਤ ਸਿੰਘ ਜਿਉਂਦੇ, ਭਾਨ ਸਿੰਘ ਹੈ ਨਹੀਂਗੇ। ਭਾਨ ਸਿੰਘ ਦਾ ਅੱਛਾ, ਸਮਾਨ ਰਿਸੀਵ ਹੋਇਆ ਆ, ਸਾਹਿਬ। ਇਹਦਾ ਮਤਲਬ ਆਇਆ ਆ ਸਮਾਨ। ਅੱਛਾ, ਇਹ ਮੇਰੀ ਜਿਹੜੀ ਰਿਪੋਰਟ ਹੈ, ਹਾਂ, ਇਹ ਰਿਪੋਰਟ ਮੈਂ ਸਰਦਾਰ ਤਲੋਚਨ ਸਿੰਘ ਨੂੰ ਭੇਜੀ। ਸਬ ਕੈਂਪੀ ਸੈਪ ਕਾਪੀ ਹੈ। ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਕਲੈਰੀਫਾਈ ਕਰੇ। ਸ਼੍ਰੋਮਣੀ ਕਮੇਟੀ ਨੇ 2009 ਦੀ ਛਪੀ ਜੇ 22 ਫਰਵਰੀ 2009। ਹਾਲੇ ਤੱਕ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਆ ਰਹੇ ਜੀ ਉਹ ਜਿਹੜੇ ਐਫੀਡੇਵਿਟ ਮੈਂ ਕਹਿ ਰਿਹਾ। ਇਹ ਫੌਜ ਦੇ ਐਫੀਡੇਵਿਟ ਨੇ? ਹਾਂਜੀ, ਫੌਜ ਨੇ ਐਫੀਡੇਵਿਟ ਦਿੱਤਾ ਵੀ ਇਹ ਸਮਾਨ ਵਾਪਸ ਹੋ ਗਿਆ। ਰਿਪਲਾਈ ਔਨ ਬਿਹਾਫ ਆਫ ਰਿਸਪੋਂਡੈਂਟ ਨੰਬਰ 2। ਠੀਕ ਹੈ ਜੀ, ਯੂਨੀਅਨ ਆਫ ਇੰਡੀਆ, ਗਵਰਨਮੈਂਟ ਆਫ ਇੰਡੀਆ ਵੱਲੋਂ। ਆਹ ਜਿਹੜੇ ਨੇ ਹੀਰੇ ਜਵਾਹਰਾਤ ਜਿਹੜੇ ਵਾਪਸ ਕੀਤੇ। ਅੱਛਾ, ਉਹਨੇ ਵਾਪਸ ਕੀਤੇ। ਵੀ ਇਹ ਬੋਰਡ ਜਿਹੜੇ ਨੇ, ਜਿਹੜੇ ਇਸ ਤੇ ਇੱਕ ਪੂਰਾ ਬੋਰਡ ਬਣਾਇਆ ਗਿਆ ਵੀ ਚੀਜ਼ਾਂ ਇਕੱਠੀਆਂ ਕਰਕੇ ਆਪਾਂ ਦੇਣੀਆਂ। 13 ਸਤੰਬਰ 1984 ਨੂੰ। ਬਿਲਕੁਲ ਜੀ, ਬਹੁਤ ਸੋਹਣੀਆਂ ਤੁਸੀਂ। ਆ ਰਹੇ 98 ਪੇਂਟਿੰਗਸ, 14 photographs, 4 manuscripts which were recovered from Central Sikh Museum, Golden Temple. These were handed over to Shri Mohan Singh Department of Culture Affairs, Chandigarh. ਇਹ ਉੱਥੇ ਲੱਭਦੇ ਪਏ ਨੇ ਕਲਚਰ ਫੇਅਰ 'ਚ, ਉੱਥੇ ਹੈ ਨਹੀਂ। ਉਹਨਾਂ ਨੇ ਵੀ ਕਹਿੰਦੇ ਸਾਡੇ ਕੋਲ ਨਹੀਂ ਹੈਗੇ, ਇਸੇ ਕੇਸ 'ਚ ਕੀ ਹੈ। ਠੀਕ, ਤੇ ਆ CBI ਦੇ ਜਿਹੜੇ ਨੇ ਵਾਪਸ ਕੀਤੀਆਂ। ਅੱਛਾ, CBI ਨੇ ਜੋ ਵਾਪਸ ਕੀਤਾ ਆ, CBI ਨੰਬਰ। ਹਾਂ, ਅੱਛਾ, ਬੈਗ ਨੰਬਰ ਤੱਕ ਲਿਖੇ ਹੋਏ ਨੇ। ਹਾਂ, ਬੈਗ ਨੰਬਰ ਅੰਦਰ ਲਿਖੇ ਨੇ। ਹਾਂ, ਇਹ ਪੰਜਾਬੀ ਹੱਥ ਲਿਖਤਾਂ ਦੀ ਸੂਚੀ ਭਾਗ 1, ਪੰਜਾਬੀ ਹੱਥ ਲਿਖਤ ਸੂਚੀਆਂ ਦੀ ਭਾਗ 2, ਇਹ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਸੀ। ਹਾਂ, ਹੁਣ ਹੈ ਨਹੀਂ ਕਿ ਉੱਥੇ। ਸਰ ਸਭ ਕੁਝ ਹੈਗਾ। ਹਾਂ, ਮਤਿਆਂ ਦਾ ਰਜਿਸਟਰ। ਅੱਛਾ, ਸਿੱਖ ਐਫੀਡੇਵਿਟ ਦੇ ਸੈਸ਼ਨ ਨੰਬਰ 1 ਤੋਂ 5000, 5 ਤੋਂ 10000, 10000 ਤੋਂ ਉੱਤੇ ਦਾ। ਹਾਂ, ਹੁਣ ਇਹ 10000 ਤੋਂ ਉੱਤੇ ਤੱਕ ਦੀ ਕਿਤਾਬ ਜਿਹੜੀ ਆਈ ਹੈ ਅੰਦਰ ਨਹੀਂ, ਮੈਂ ਕਹਿੰਦਾ ਜਦ ਤੱਕ ਕੋਈ ਰਜਿਸਟਰ ਪਿਆ ਉੱਥੇ, ਕਿਉਂਕਿ ਉੱਥੇ ਲਾਇਬ੍ਰੇਰੀ ਸਿਸਟਮ 'ਚ ਹੈ। ਮੇਰੇ ਹੈਗਾ ਸਿਸਟਮ ਸਬਜੈਕਟ ਵਾਈਜ਼ ਦਾ। ਉੱਥੇ ਆ ਵੀ ਜਿਵੇਂ ਜਿਵੇਂ ਆਈ ਜਾਣੇ ਉਵੇਂ ਅਲਮਾਰੀਆਂ ਲੱਗੀ ਜਾਣੀਆਂ। ਠੀਕ ਹੈ। ਤੇ ਉਹ ਤੋਂ ਗਿਣਨ ਨੂੰ ਕਿੰਨਾ ਟਾਈਮ ਲੱਗਦਾ? ਮੈਨੂੰ ਤਾਂ 3 ਦਿਨ ਲੱਗੇ ਸੀ।
ਤੇ ਇਹਨਾਂ ਕੋਲੋਂ ਪਿਛਲੇ 30 ਸਾਲਾਂ ਦੇ ਵਿੱਚ ਨਹੀਂ ਹੋਇਆ। ਹਾਂ ਆ ਕੀ ਚੀਜ਼ ਹੈ? ਇਹ ਫਿਰ ਮੈਂ ਰਿਪੋਰਟ ਸਾਰੀ ਬਣਾਈ ਹੂੰ ਵੀ ਮੈਂ 125 ਬੈਗ ਮੰਨ ਲੈਂਦਾ ਜੋ ਖਬਰ ਆਉਂਦੀ। ਹੂੰ ਅੰਦਰ ਜਿਹੜੀਆਂ ਕਿਤਾਬਾਂ ਉਹਦੇ 'ਚ ਉਹ ਲਿਖਿਆ ਵੀ ਆਹ ਕਿਤਾਬਾਂ ਆ ਗਈਆਂ, ਹੂੰ ਬੈਗ ਨੰਬਰ ਲਿਖੇ ਹੋਏ ਨੇ, ਜੋ ਸੀਬੀਆਈ ਦੀ ਲਿਸਟ ਉਹਦੇ 'ਤੇ ਵੀ ਲਿਖੇ ਹੋਏ ਨੇ। ਮੈਂ ਉਹ ਪਾਤਾ। ਫਿਰ ਇਹ ਲਿਖਿਆ ਕਿ ਆਹ ਜਿਹੜੇ ਬੈਗ ਰਿਟਰਨ ਨਹੀਂ ਆਏ, ਹੂੰ ਉਹ ਬੈਗਾਂ 'ਚ ਉਹ ਵੀ ਬੈਗ ਨੇ ਜਿਹੜੇ ਨੰਦੇ ਦੇ ਘਰੋਂ ਸਮਾਨ ਆਇਆ। ਅੱਛਾ, ਠੀਕ ਹੈ, ਪਰ ਸਵਾਲ ਪੈਦਾ ਹੋ ਗਿਆ ਨੰਦੇ ਦੇ ਹਾਂ। ਨੰਦੇ ਦੇ ਘਰੋਂ ਆਇਆ। ਔਰ ਦੂਸਰਾ ਜਿਹੜਾ ਸੀਬੀਆਈ ਕੋਲੋਂ ਸ਼੍ਰੋਮਣੀ ਕਮੇਟੀ ਦਾ ਜਿਹੜੇ ਗਿਆਨੀ ਕਿਰਪਾਲ ਸਿੰਘ ਨੇ ਬੰਦੇ ਭੇਜੇ ਨੇ, ਉਹ ਹੁਣ ਇਹਦੇ ਤੇ ਮੈਂ ਕਿਹਾ ਵੀ ਆਪਾਂ ਇੱਥੇ ਲਿਖ ਇੰਨੇ ਕੁ ਸਾਈਨ ਕਰੀਏ ਨੇ ਵੀ ਰਿਪੋਰਟ ਬਣਾਤੀ। ਇੱਥੇ ਮੈਂ ਬਲਵਿੰਦਰ ਸਿੰਘ ਜੋੜਾ ਸਿੰਘ ਨੂੰ ਕਿਹਾ ਤੂੰ ਸਾਈਨ ਕਰ, ਉਹਨੇ ਨਹੀਂ ਕੀਤੇ। ਵੀ ਮੈਨੂੰ ਕਹਿੰਦਾ ਜੀ ਮੈਨੂੰ ਵੈਰੀਫਾਈ ਕਰਾ ਦਿਓ, ਮੈਂ ਵੈਰੀਫਾਈ ਕਰਾ ਦੇਣੇ ਸੀ। ਹਾਂ, ਨਾ ਆਪਾਂ ਵੈਰੀਫਾਈ ਕਰੀਏ, ਫਾਈਲ ਨੂੰ ਦੱਬ ਦਈਏ ਤੇ ਸਮਾਨ ਜਿਹੜੀ ਰਿਪੋਰਟ ਬਣਾਈ ਜਾਵੇ ਉੱਤੇ ਸਾਈਨ ਨਾ ਕਰੀਏ। ਇਹ ਮੈਂ ਫਿਰ ਜਦੋਂ ਮੱਕੜ ਸਾਹਿਬ ਨੂੰ ਰਿਪੋਰਟ ਭੇਜੀ ਹੈ ਉਹ ਜ਼ਿਕਰ ਕੀਤਾ ਹੈ। ਓਕੇ 14 ਅਪ੍ਰੈਲ 2009 ਨੂੰ ਹੂੰ ਇਹ ਮੈਂ ਸਾਰੀ ਰਿਪੋਰਟ ਇੱਕ ਇਹ ਹੈ, ਇੱਕ ਹੋਰ ਅੱਗੇ ਜਾ ਕੇ ਰਸੀਦ ਨੰਬਰ ਰਸੀਦਾਂ ਨੇ, ਇਹ ਮੈਨੂੰ ਦਿਖਾ ਦੇਣ ਵੀ ਇਹ ਮੇਰੀ ਰਿਪੋਰਟ ਉੱਥੇ ਹੈਗੀ ਹੈ। ਮੈਂ ਡਾਊਟ ਕਰਦਾ ਕਿਉਂਕਿ ਇਹਨੂੰ ਐਕਨੋਲੇਜ ਹੀ ਨਹੀਂ ਕੀਤਾ ਗਿਆ। ਪਰ ਤੁਸੀਂ ਰਸੀਦ ਨੰਬਰ ਲਾਤੇ। ਰਸੀਦ ਨੰਬਰ ਉਹ ਤੇ ਗੱਲ ਹੈ ਵੀ ਤੁਸੀਂ ਕਿਹੜੀ ਕਿਹੜੀ ਚੀਜ਼ ਨੂੰ ਦੱਬੀ ਇਹਦਾ ਜਾਓਗੇ। ਕਾਰਨ ਕੀ ਹੈ? ਉਹ ਕਾਰਨ ਦੇਖੋ, ਜੋ ਮੈਂ ਚੋਰੀ ਕਰਨੀ ਹੈ ਨਾ, ਤੇ ਚੋਰੀ ਤੇ ਮੈਂ ਬੰਦੇ ਨੂੰ ਬਚਾਉਣਾ ਵੀ ਹੈ। ਹੁਣ ਤੁਸੀਂ ਹਿਸਾਬ ਲਾਓ ਕਿ ਮੈਂ ਸ਼ੱਕ ਦੀ ਸੂਈ ਐਵੇਂ ਨਹੀਂ ਪਾਈ ਦਿੰਦੀ। ਇਹਨਾਂ ਨੂੰ ਜਦੋਂ ਪਤਾ ਲੱਗੇ ਵੀ ਇਹ ਤਾਂ ਕੰਮ ਖਰਾਬ ਹੋ ਰਿਹਾ, ਇਹਨਾਂ ਨੇ ਨਵਾਂ ਮਸਲਾ ਖੜਾ ਕਰਤਾ ਤੇ ਸਾਝੇਦਾਰੀ ਦਾ ਇਸ਼ੂ। ਉਹਨਾਂ ਦਿਨਾਂ 'ਚ ਇੱਕ ਕੇਸ ਹੋਇਆ ਸੀ ਸ਼੍ਰੋਮਣੀ ਕਮੇਟੀ ਤੇ। ਇਹਨਾਂ ਨੇ ਕੋਈ ਐਡਮਿਸ਼ਨ ਨਹੀਂ ਕੀਤੀ ਸੀ ਉਹ ਮੈਡੀਕਲ ਕਾਲਜ ਦੀ, ਤੇ ਉਹ ਕੁੜੀ ਨੇ ਕਿਹਾ ਜੀ ਮੈਂ ਤਾਂ ਸਿੱਖ ਪਰਿਵਾਰ 'ਚੋਂ ਹਾਂ। ਉਹ ਇਹਨੇ ਕਿਹਾ ਵੀ ਉਹਦੇ ਭਰਵੱਟੇ ਕੱਟੇ ਹੋਏ ਨੇ, ਉਹ ਸਿੱਖ ਨਹੀਂ। ਉਹਨੇ ਕਿਹਾ ਜੀ ਮੈਂ ਤਾਂ ਸਾਝੇਦਾਰੀ ਹਾਂ। ਉਹਦੇ ਲਈ ਇੱਕ ਰਿਪੋਰਟ ਚਾਹੀਦੀ ਸੀ। ਉਹ ਰਿਪੋਰਟ ਲਈ ਮੈਨੂੰ ਉਹ ਤੁਹਾਡਾ ਗੁਰਸ਼ਰਨਜੀਤ ਤੇ ਲਾਂਬਾ, ਬੀਬੀ ਕਿਰਨਜੋਤ ਕੌਰ ਤੇ ਜਨਰਲ ਸੈਕਟਰੀ ਹੁੰਦਾ ਸੀ ਭੌਰ ਸੁਖਦੇਵ ਸਿੰਘ ਭੌਰ, ਇਹ ਸੀ। ਮੈਂ ਰਿਪੋਰਟ ਬਣਾਈ ਜਿਹੜੀ ਕਿਸ ਬੇਸ ਤੇ, ਜੋ ਭਾਈ ਕਾਹਨ ਸਿੰਘ ਨੇ ਇਹਨਾਂ ਨੂੰ ਛਾਪਿਆ, ਭਾਈ ਕਾਹਨ ਸਿੰਘ ਨੂੰ ਛਾਪਿਆ ਨਾ ਗੁਰਮੁਖ ਮਾਰਤੰਡ, ਉਹਦੇ 'ਚੋਂ ਸਰਕੂਲਰ ਕੱਢੇ, ਹੁਕਮਨਾਮੇ ਕੱਢੇ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ 'ਚੋਂ ਹੁਕਮਨਾਮੇ ਕੱਢੇ, ਹੁਕਮ ਕੱਢੇ ਵੀ ਸਾਝੇਦਾਰੀ ਕੌਣ ਹੁੰਦਾ। ਠੀਕ ਹੈ, ਤੇ ਇਹ ਜਿਹੜੀ ਹੈ ਨਾ ਬੀਬੀ ਤੁਹਾਡੀ ਕਿਰਨਜੋਤ ਕੌਰ ਤੇ ਗੁਰਸ਼ਰਨਜੀਤ ਲਾਮਾ, ਇਹ ਉਹਨਾਂ ਨੇ ਹਾਇਰ ਕਰ ਲਏ ਇਸ ਕੰਮ ਲਈ ਵੀ ਇਹ 'ਚ ਬਾਂਦਾ ਪਾ ਦਿਓ। ਹੁਣ ਕਹਿੰਦਾ ਨਹੀਂ ਜੀ ਸਾਝੇਦਾਰੀ ਤਾਂ ਸੀ ਪਹਿਲਾਂ, ਹੁਣ ਖਤਮ ਹੋ ਗਏ। ਮੈਂ ਕਿਹਾ ਬੀਬੀ ਜਦੋਂ ਤੇਰੇ ਨਾਨਾ ਜੀ ਬਣੇ ਉਸ ਤੋਂ ਬਾਅਦ ਤਾਂ ਖਤਮ ਹੀ ਹੋਣੇ ਸੀ। ਮੈਂ ਕਿਹਾ ਫਿਰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਖਤਮ ਕਰਤਾ, ਭਾਈ ਗੁਰਦਾਸ ਨੂੰ ਵੀ ਖਤਮ ਕਰਤਾ। ਅੱਛਾ, ਫਿਰ ਉਸ ਮੁੱਦੇ ਨੂੰ ਡਾਈਵਰਟ ਕੀਤਾ ਗਿਆ। ਡਾਇਵਰਟ ਕੀਤਾ ਕਿਸ ਤਰੀਕੇ ਦੇ ਨਾਲ? ਹੁਣ ਉਹ ਮੁੱਦਾ ਹੁਣ ਉੱਥੇ ਦੀ ਉੱਥੇ ਖੜ ਗਿਆ। ਉਹ ਸੁਣੋ ਨਾ, ਮੀਟਿੰਗ ਸੀ ਉੱਥੇ 3 ਜਨਵਰੀ 2009 ਨੂੰ, ਜਦੋਂ ਇਹ ਐਫੀਡੇਵਿਟ ਫਾਈਲ ਕਰਨਾ ਸੀ। ਰਿਪੋਰਟ ਮੇਰੇ ਵਾਲੀ ਸੀ, ਸਾਈਨ ਇਹਨਾਂ ਨੇ ਕੀਤੇ ਹੋਏ ਸੀ ਸਾਰਿਆਂ ਨੇ, ਇੱਕ ਨੂੰ ਛੱਡ ਕੇ। ਠੀਕ ਹੈ, ਫਿਰ ਉੱਥੇ ਜਿਹੜੇ ਮਹਿਤਾ ਸਾਹਿਬ ਨੇ, ਇਹਨਾਂ ਨੇ ਦੇਖੋ, ਮੈਂ ਤਾਂ ਉਹ ਜਿਹੜੀ ਹੈ ਇਹਨਾਂ ਦੀ ਅੰਤਰਿਮ ਕਮੇਟੀ ਦਾ ਮੈਂਬਰ ਨਹੀਂ ਨਾ। ਅੰਤਰਿਮ ਕਮੇਟੀ ਨੂੰ ਡਿਸਕਸ ਕਰਨਾ ਵੀ ਰਿਪੋਰਟ 'ਚੋਂ ਕੀ ਚੀਜ਼ ਆਪਾਂ ਲੈਣੀ ਕੀ ਨਹੀਂ ਲੈਣੀ। ਹਰਜਿੰਦਰ ਸਿੰਘ ਮਹਿਤਾ ਤੇ ਉਹਨਾਂ ਨੇ ਕਿਹਾ ਜੀ ਇਹਦੇ 'ਚ ਇੱਕ ਆਹ ਚੀਜ਼ ਐਡ ਕਰ ਦਿਓ। ਉਹ ਮੇਰੇ ਕੋਲ ਪੈਨਸਲ ਨਾਲ ਐਡ ਕੀਤੇ, ਸਾਰੀ ਰਿਪੋਰਟ ਪਈ ਹੈ ਇਹਨਾਂ ਦੀ। ਅੰਤਰਿਮ ਕਮੇਟੀ ਨੇ ਪਾਸ ਕਰਤਾ। ਪਾਸ ਕਰਕੇ ਉਹ ਐਫੀਡੇਵਿਟ ਬਣਨ ਚਲਾ ਗਿਆ। ਐਫੀਡੇਵਿਟ ਬਣਿਆ, ਫਾਈਲ ਕਿਹਨੇ ਕੀਤਾ? ਦਿਲਮੇਗ ਸਿੰਘ ਨੇ। ਪ੍ਰੈਸ ਕਾਨਫਰੰਸ ਕਿਹਨੇ ਕੀਤੀ? ਦਿਲਮੇਗ ਸਿੰਘ ਨੇ। ਤੇ ਦੂਜੇ ਦਿਨ ਬਾਈਮਾਨ ਹੋ ਗਿਆ ਜੀ ਅਨੁਰਾਗ ਸਿੰਘ ਹਿੰਦੂਆਂ ਨੂੰ ਵੋਟ ਪਾਉਣਾ ਚਾਹੁੰਦਾ, ਇਹ ਸਾਝੇਦਾਰੀ ਦਾ ਕਹਿ ਕੇ। ਹੁਣ ਇਹਨੂੰ ਪੁੱਛੇ ਮੈਂ ਕਿ ਪੇਟੀ ਬੰਦ ਦਿਮਾਗ ਦਿਲਮੇਗ ਸਿੰਘ ਨੂੰ ਕਿ ਭਾਈ ਓਰੀਜਨਲ ਐਕਟ ਜਿਹੜਾ ਹੈ 1925 ਵਾਲਾ, ਉਹ 'ਚ ਸਾਝੇਦਾਰੀ ਸਿੱਖ ਦੀ ਕਲੌਜ਼ ਸੀ।
ਤੁਸੀਂ 1958 ਚ ਇੱਕ ਐਡ ਕੀਤੀ ਹੈ 10A ਕਲੌਜ਼, ਮੈਂ ਤਾਂ ਉਦੋਂ ਹਲੇ 5 ਸਾਲ ਦਾ ਸੀ। ਫਿਰ ਜੇ ਉਹਦੇ ਨਾਲ ਹੀ ਹਿੰਦੂਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਦਾ ਸੀ, ਫਿਰ ਇਹ ਅਧਿਕਾਰ ਕਿਹਨੇ ਦਿੱਤਾ? ਤੇ ਰਿਪੋਰਟ 'ਚ ਕਿਤੇ ਵੀ ਮੈਂ ਸਹਿਜਦਾਰੀ ਨੂੰ ਸਿੱਖ ਨਹੀਂ ਲਿਖਿਆ, ਸਹਿਜਦਾਰੀ ਉਹਨੇ ਸਿੱਖ ਬਣਨਾ ਜੀ, ਠੀਕ ਹੈ। ਇਸੇ ਲਈ ਸਹਿਜਦਾਰੀਆਂ ਦਾ ਗੁਰੂ ਗੋਬਿੰਦ ਸਿੰਘ ਵੱਲੋਂ ਇੱਕ ਵੱਖਰਾ ਰਹਿਤਨਾਮਾ ਹੈ, ਵਾਜਬੁਲ ਅਰਜ਼, 10 ਕਲੌਜ਼ਸ ਤੇ 10 ਦੇ ਉੱਤੇ ਦਸਤਖਤ ਖਾਸ ਹੋਏ, ਇਹ ਭਾਈ ਮਨੀ ਸਿੰਘ ਕਹਿੰਦੇ ਨੇ ਜੀ। ਹੁਣ ਇਹ ਜਦੋਂ ਇਹਨਾਂ ਦੀ ਇੱਥੇ ਨਾ ਚੱਲੀ, ਫਿਰ ਇਹਨਾਂ ਨੇ ਕੀਤਾ ਜੀ ਇੱਕ ਮੀਟਿੰਗ ਰੱਖ ਲਈ ਅੰਮ੍ਰਿਤਸਰ, ਵੀ ਇਹ ਜਿਹੜਾ ਆਪਾਂ ਤਿਆਰ ਕੀਤਾ ਸੀ ਉੱਥੇ 3 ਤਰੀਕ ਨੂੰ ਚੰਡੀਗੜ੍ਹ, ਇਹਨੂੰ ਅਮੈਂਡ ਕਰ ਦਿਓ ਥੋੜ੍ਹਾ ਜਿਹਾ। ਅਮੈਂਡ ਕਰਨ ਲਈ ਕਰਤਾ। ਪਹਿਲਾਂ ਤੈਨੂੰ ਇਹ ਨਾ ਪਤਾ ਲੱਗੇ, ਮੇਰੀ ਅੰਗਰੇਜ਼ੀ ਨਾ ਸਮਝ ਲੱਗੇ। ਕਹਿੰਦੇ ਜੀ ਤੁਸੀਂ ਲਿਖਿਆ ਪ੍ਰੋਇਮ ਟੂ ਗੁਰੂ ਗ੍ਰੰਥ ਸਾਹਿਬ, ਤੇ ਮੈਂ ਕਿਹਾ ਪ੍ਰੋਇਮ ਕਹਿੰਦੇ ਨੇ ਮੰਗਲਾਚਰਨ ਨੂੰ ਅੰਗਰੇਜ਼ੀ 'ਚ ਪ੍ਰੋਇਮ ਕਹਿੰਦੇ ਨੇ, ਇਹ ਪੋਇਮ ਨਹੀਂ ਹੈ, ਠੀਕ ਹੈ। ਵੀ ਜੇ ਤੁਹਾਨੂੰ ਸਮਝ ਨਹੀਂ ਲੱਗਦੀ ਪਈ ਤੇ ਤੁਸੀਂ ਕਿਸੇ ਨੂੰ ਪੁੱਛਣਾ ਵੀ ਨਹੀਂ ਜੀ। ਇਹਨਾਂ ਨੇ ਇੱਕ ਉੱਥੇ ਪਾਸ ਕਰਤਾ ਰੈਜ਼ੋਲੂਸ਼ਨ ਔਨ ਬਿਹਾਫ ਆਫ ਅੰਤਰਿਮ ਕਮੇਟੀ, ਸ਼੍ਰੋਮਣੀ ਕਮੇਟੀ, ਜਿਹਦੀ ਮੀਟਿੰਗ ਚੰਡੀਗੜ੍ਹ ਹੋ ਰਹੀ ਹੈ, ਤੇ 4 ਤਰੀਕ ਅੰਮ੍ਰਿਤਸਰ, ਇਹ 3 ਤਰੀਕ ਦੀ ਮੀਟਿੰਗ ਦੇ ਮਿੰਟਸ ਬਣਾ ਰਹੇ ਨੇ ਜੀ। ਸਾਈਨ ਕਰਨ ਵਾਲੇ ਗੁਰਸ਼ਰਨਜੀਤ ਲਾਂਬਾ ਮੈਂਬਰ ਹੈ ਨਹੀਂ, ਉਹ ਇਹਨਾਂ ਦੇ ਹੱਥਾਂ 'ਚ ਖੇਡਿਆ। ਦੂਸਰਾ ਬੀਬੀ ਕਿਰਨਜੋਤ ਕੌਰ ਮੈਂਬਰ ਹੈ ਨਹੀਂ, ਸ਼੍ਰੋਮਣੀ ਕਮੇਟੀ ਦੀ ਮੈਂਬਰ ਹੈ, ਅੰਤਰਿਮ ਕਮੇਟੀ ਦੀ ਮੈਂਬਰ ਨਹੀਂ ਹੈਗੀ, ਠੀਕ ਹੈ। ਸੁਖਦੇਵ ਸਿੰਘ ਭੌਰ ਹੈਗਾ, ਮੈਂਬਰ ਹੈ, ਠੀਕ ਹੈ। ਐਵੇਂ ਮਤਲਬ ਕਿ ਉਹਦੇ 'ਚ ਮੈਨੂੰ ਕਹਿੰਦੇ ਸੀ, ਮੈਂ ਕਿਹਾ ਮੈਂ ਕਿਉਂ ਸਾਈਨ ਕਰਾਂ, ਮੈਂ ਤਾਂ ਰਿਪੋਰਟ ਦੇ ਕੀਤੇ ਨੇ। ਇਹਦੇ ਕਹ ਲਈਏ ਮੁੱਖ ਦੀ ਗੱਲ ਵੀ ਤੁਹਾਡਾ ਮਾਮਲਾ ਜਿਹੜਾ ਵਿੱਚ ਰਹਿ ਗਿਆ। ਹਾਂ ਸੁਣੋ, ਨਹੀਂ ਨੈਕਸਟ ਡੇ ਇੱਥੇ ਨਹੀਂ ਗੱਲ ਕਰੂੰਗੀ, ਨੈਕਸਟ ਡੇ ਫਿਰ ਉੱਥੇ ਸੀ, ਨੈਕਸਟ ਡੇ ਜਾਂ ਥੋੜ੍ਹੇ ਦਿਨ ਬਾਅਦ ਜੋੜ ਮੇਲਾ ਜਿਹੜਾ ਫਤਿਹਗੜ੍ਹ ਸਾਹਿਬ, ਉੱਥੇ ਮੈਨੂੰ ਇਹ ਤੁਹਾਡਾ ਮਹੇਸ਼ਿੰਦਰ ਗਰੇਵਾਲ ਔਰ ਦਲਜੀਤ ਸਿੰਘ ਚੀਮਾ, ਹਾਂ, ਮਹੇਸ਼ਿੰਦਰ ਗਰੇਵਾਲ ਕਹਿੰਦਾ ਅਨੁਰਾਗ ਸਿੰਘ ਜੀ ਤੁਸੀਂ ਅੱਛੇ ਸਿੱਖ ਹੋਵੋਗੇ, ਤੁਸੀਂ ਅੱਛੇ ਇਤਿਹਾਸਕਾਰ ਹੋਵੋਗੇ, ਵਿਦਵਾਨ ਹੋਵੋਗੇ, ਪਰ ਅਸੀਂ ਤਾਂ ਪਾਰਟੀ ਚਲਾਉਣੀ ਹੈ। ਇਹ ਗੱਲ ਕਹੀ ਉਹਨਾਂ ਨੇ? ਯੈਸ, ਚਲੋ ਜਿੱਥੇ ਮਰਜੀ ਮੈਂ ਮੈਂਸ਼ਨ ਕੀਤਾ ਇਹ ਚੀਜ਼ਾਂ। ਉਧਰੋਂ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦਾ ਦੇਖੋ ਆ ਕੱਟ ਤਾਂ ਭਰਵੱਟੇ ਤਾਂ ਆਮ ਕੱਟ ਲੈਂਦੇ, ਪਰ ਫਿਰ ਉਹਨੂੰ ਐਡਮਿਸ਼ਨ ਦੇ ਦੇਣੀ ਸੀ। ਹਾਂ, ਕਿਉਂ ਰੌਲਾ ਪਾਇਆ ਉੱਥੇ? ਹੁਣ ਉਹਨੂੰ ਪਤਾ ਵੀ ਸਾਡੀ ਮੈਂਬਰਾਂ ਵੀ ਕੱਟਦੀਆਂ ਨੇ, ਜਿਹਨੂੰ ਬਚਾਉਣਾ ਚਾਹੁੰਦੇ ਸੀ, ਠੀਕ ਹੈ। ਤੇ ਮੈਂ ਫਿਰ ਇਹਨੂੰ ਕਿਹਾ ਵੀ ਇੰਝ ਹੈਗਾ, ਤੁਸੀਂ ਆਪਣੀ ਸਿਆਸਤ ਕਰੋ। ਮੇਰੇ ਰੈਜ਼ੀਗਨੇਸ਼ਨ 'ਚ ਇਹ ਲਿਖਿਆ ਹੈਗਾ, 4 ਪੇਜ ਦਾ ਸੀ, 4 ਪੇਜ ਦੇ ਰੈਜ਼ੀਗਨੇਸ਼ਨ ਦੇ ਵਿੱਚ ਮੈਂ ਅਖੀਰਲੀ ਲਾਈਨ ਲਿਖੀ ਸੀ, ਜੇ ਤੁਸੀਂ ਸਿਆਸਤ ਖੇਡਣੀ ਹੈ ਇਹ ਮੇਰਾ ਰਿਜ਼ਾਈਨ ਸਮਝਿਓ, ਜੇ ਤੁਸੀਂ ਸੱਚ ਤੇ ਪਹਿਰਾ ਦੇਣਾ ਮੈਂ ਇੱਥੇ ਕੰਮ ਕਰੂੰ। ਛੱਡ ਕੇ ਆ ਗਏ ਫਿਰ? ਹਾਂ, ਇਹਨਾਂ ਨੇ ਕਿਹਾ ਜੀ ਅਸੀਂ ਤਾਂ ਸਿਆਸਤ ਹੀ ਕਰਨੀ, ਤੁਹਾਡਾ ਰੈਜ਼ੀਗਨੇਸ਼ਨ ਐਕਸੈਪਟਡ। ਮੇਰਾ ਰੈਜ਼ੀਡੈਂਸ ਐਕਸੈਪਟ ਕਰਕੇ ਤੁਹਾਨੂੰ ਆਪਾਂ ਛੋਟੀ ਗੱਲ ਕਰੀਏ, ਟਾਈਮ ਕਾਫੀ ਹੋ ਗਿਆ। ਇਹਦਾ ਮਤਲਬ ਕਿ ਤੁਹਾਨੂੰ ਲਗਾਏ ਇਸ ਕਰਕੇ ਸੀ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵਰਲਡ ਦੀ ਲਾਇਬ੍ਰੇਰੀ ਬਣਾਈਏ, ਪਰ ਉਹਦੇ ਵਿੱਚ ਤੁਹਾਨੂੰ ਲੱਗਿਆ ਵੀ ਚੋਰ ਬਤੇਰੇ ਨੇ ਤੇ ਉਹਨਾਂ ਨੂੰ ਸੀ ਵੀ ਕੋਈ ਡਾਕੂਮੈਂਟ ਲੁਕੋ ਕੇ ਰੱਖੀਏ। ਤੁਹਾਨੂੰ ਇੱਕ ਕਾਰਨ ਉਹ ਹੋ ਗਿਆ, ਇੱਕ ਸਹਿਜਧਾਰੀ ਵਾਲਾ ਮਸਲਾ ਬਣਾ ਕੇ ਵੀ ਕਿਸੇ ਤਰੀਕੇ ਮੈਂਟਲੀ ਟੌਰਚਰ ਕੀਤਾ, ਤੁਸੀਂ ਛੱਡ ਕੇ ਆ ਗਏ। ਨਹੀਂ ਮੈਂਟਲੀ ਨਹੀਂ, ਮੈਨੂੰ ਇਹ ਕਹਿੰਦੇ ਤੂੰ ਕਹਿ ਦੇ ਵੀ ਮੈਂ ਵਾਪਸ ਜਾਣਾ ਚਾਹੁੰਦਾ, ਮੇਰਾ ਦਿਲ ਨਹੀਂ ਲੱਗਿਆ। ਮੈਂ ਕਿਹਾ ਮੈਂ ਸੱਚ, ਮੈਂ ਕਿ ਇਹ ਸੱਚ ਨੂੰ ਕਿਉਂ ਦਬਾਵਾਂ, ਮੈਂ ਪੂਰਾ ਨੰਗਾ ਕਰਕੇ ਜਾਊਂ ਤੁਹਾਨੂੰ, ਠੀਕ ਹੈ। ਉਹਦੇ ਵਿੱਚ ਫਿਰ ਇਹਨਾਂ ਨੇ ਮੇਰੇ ਚੇਅਰਮੈਨ ਨੂੰ ਫੋਨ ਕੀਤਾ ਵੀ ਇਹਨੂੰ ਤੰਗ ਕਰਨਾ ਬੈਂਕ। ਮੈਂ ਜਦੋਂ ਜੁਆਇਨ ਕਰਨ ਬੈਂਕ ਆਇਆ ਨਾ, ਤੇ ਮੈਨੂੰ ਕੀ ਕਿਹਾ ਗਿਆ ਇੱਥੇ ਲੋਕਲ ਆਫਿਸ 'ਚ, ਰਾਜ ਸਿੰਘ ਤੇਰੀ ਤਾਂ ਨੌਕਰੀ ਖਤਰੀ, ਤੂੰ ਜੁਆਇਨ ਕਰਨ ਦੀ ਗੱਲ ਕਰਦਾ। ਚੇਅਰਮੈਨ ਸਾਹਿਬ ਬੜੇ ਨਾਰਾਜ਼ ਹੈ। ਮੈਂ ਚੇਅਰਮੈਨ ਬਹੁਤ ਉੱਤੇ ਹੈ ਕਿਤੇ, ਮੈਂ ਕਿਹਾ ਉਹ ਵੀ ਕਿਸੇ ਦਾ ਮੁਲਾਜ਼ਮ ਅੱਗੇ। ਸੋ ਮੈਂ ਟੁਮਾਰੋ ਆਈ ਵਿਲ ਟਾਕ ਟੂ ਦੀ ਫਰਾਂਸ, ਔਰ ਉਹਨੂੰ ਪਤਾ ਸੀ ਵੀ ਇਹਦੀ ਚੱਲਦੀ ਹੈ ਇੰਨੀ ਕੁ। ਤੇ ਮੈਂ ਹਾਲੇ ਨਹਿਰ ਤੇ ਪਹੁੰਚਿਆ ਸੀ ਤੇ ਮੈਨੂੰ ਫੋਨ ਆ ਗਿਆ ਸਵੇਰੇ ਆ ਕੇ ਚਿੱਠੀ ਲੈ ਲਈ, ਠੀਕ ਹੈ। ਤੇ ਫਿਰ ਚੇਅਰਮੈਨ ਨੂੰ ਘੁਮਾਇਆ ਸੀ ਮੈਂ ਫਿਰ, ਤੇ ਚੇਅਰਮੈਨ ਜਦੋਂ ਗਿਆ ਨਾ ਆਪਣੇ ਕੈਡਰ 'ਚ 2.5 ਮਹੀਨੇ ਇਹਨੂੰ ਜੁਆਇਨ ਕਰਾਇਆ ਉਹਨਾਂ ਨੇ। ਵੀ ਹੋਇਆ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ। ਖਾਸ ਕਰਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਆਪਾਂ ਕਾਫੀ ਖੁਲਾਸੇ ਕੀਤੇ ਨੇ, ਹੁਣੇ ਵੀ ਚਾਹੀਦੇ, ਸੱਚ ਸਾਹਮਣੇ ਆਉਣਾ ਚਾਹੀਦਾ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹਾਂ ਜੀ। ਧੰਨਵਾਦ ਜੀ। ਸੋ ਦਰਸ਼ਕੋ, ਇਹ ਸਨ ਡਾਕਟਰ ਅਨੁਰਾਗ ਸਿੰਘ ਜੀ, ਜਿਨ੍ਹਾਂ ਦੇ ਨਾਲ ਕਾਫੀ ਲੰਮੀਆਂ ਗੱਲਾਂ ਬਾਤਾਂ ਕੀਤੀਆਂ ਨੇ। ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।